हाँ जी ठीक है। पंगा ही लिया जां तैनूं लगदा भी हाँ ये चों कुछ निकलदा? नहीं निकलदा, चंगा निकलदा? हाँ जी हाँ जी। कणक नूं चंगे पैसे पल्ले पाउंदी हाँ है? चंगी बन जाते, ये गोडी टाइम ना हो जे वधिया गोडे जान जे मेहनत करे बंदा। हाँ। कि चुकंदर दी खेती तुसीं करदे आ, की ये कामयाब खेती है? ये किसान ਲਈ बहुत कामयाब है। और सानू की फायदा चुकंदर बजाउण दा जी? पंजाब दे विच 135 दिन दा गन्ने दा सीजन जी। आ। अच्छा इन्हां दी फिर असीं स्प्रे भी करना, पटाई भी असीं करनी है जी। और ਜਿਹੜੇ बहुत दूर लवा दईदे आ ਉਹਨਾਂ ਦੇ ਟਰੱਕਾਂ ਤੋਂ ਕੁਝ ਕਿਰਾਇਆ ਉਹਨਾਂ ਨੂੰ ਪਾ ਦਈਦਾ, ਕੁਝ ਕਿਰਾਇਆ ਅਸੀਂ ਚੱਲ ਲਈਦਾ ਜੀ। ਤੇ ਉਹ ਵੀ ਅਸੀਂ ਚੱਕ ਕੇ ਲਿਆਈਦਾ जी। ਔਰ ਇਹ ਸੀਡਰ ਨਾਲ ਬੀਜੀ ਗਈ ਆ। ਦੇਖੋ ਸਪੇਸਿੰਗ ਦੇਖੋ, ਜੀ। ਬੂਟੇ ਨਾਲ ਬੂਟਾ ਮਿਲ ਕੇ ਵੇਖ ਲਓ। ਨਾਲੇ ਦਾ ਬੀ ਬਹੁਤ ਬਰੀਕ ਹੁੰਦਾ। ਇਹ ਇਸ ਵਾਰ ਅਸੀਂ ਇੰਗਲੈਂਡ ਤੋਂ ਮਸ਼ੀਨਾਂ ਮੰਗਾਈਆਂ 17 जी। ਅਗਲੇ ਸਾਲ 25 ਹੋਰ ਮੰਗਾਉਣੀਆਂ। जी। ਸਾਰੇ ਸਾਡੇ ਇਹੋ ਜਿਹੇ 50 ਟਰੈਕਟਰ ਆਪਣੇ ਕੋਲ। हाँ जी मैं देखे उथे मिल च खड़े हैं। 52 जी। 52 ਟਰੈਕਟਰ ਛੋਟੇ। जी। ਇਹ ਗੰਨੇ ਵੇਲੇ ਗੰਨੇ 'ਚ ਵੜ ਦਈਦੇ ਆ। ਜੀ। 5 ਫੁੱਟ ਤੇ ਗੰਨਾ ਕੋਈ ਨਹੀਂ ਬੋਝਦਾ। जी। ਸਾਡੀ ਮਿਲ ਹੀ ਵਜਾਉਂਦੀ ਆ, ਸਾਰੇ ਪੰਜਾਬ ਦੇਖ ਲਓ। जी। ਅਸੀਂ ਜ਼ਿਮੀਂਦਾਰ ਨੂੰ ਕਹਿੰਦੇ ਗੰਨਾ ਤੂੰ ਬੀਜਣਾ, जी। ਉਹਦੀ ਗੋਡੀ ਅਸੀਂ ਕਰਨੀ ਆ, जी। ਫਿਰ ਮਿੱਟੀ ਅਸੀਂ ਚੜਾਉਣੀ ਆ, ਜੀ। ਗੰਨੇ ਨੂੰ ਬੰਨਣ ਦੀ ਲੋੜ ਨਹੀਂ। ਸਪਰੇ ਅਸੀਂ ਕਰਨੇ ਆ, ਉਹਨਾਂ ਤੋਂ ਚਾਰਜ ਕਰੀਦਾ। जी। ਠੀਕ ਹੈ ਨਾ ਜੀ? जी। ਇਹ ਟਰੈਕਟਰ ਇਸ ਲਈ ਰੱਖੇ 50, ਜੇ ਹੋਰ 50 ਲੈਣੇ ਪਏ ਉਹ ਵੀ ਲਾਂਗੇ। जी। ਗੱਲ ਇਹ ਆ ਕਿ ਜਦੋਂ ਮੈਂ ਛੋਟਾ ਹੁੰਦਾ ਸੀ ਨਾ, ਸਕੂਲ ਪੜ੍ਹਦਾ ਹੁੰਦਾ ਸੀ ਤੇ ਇੰਡਸਟਰੀਅਲਿਸਟਾਂ ਦੇ ਮੁੰਡੇ जी। ਇਹਨਾਂ ਦੇ ਮਾਤਾ ਪਿਤਾ ਨੇ ਇਹਨਾਂ ਨੂੰ ਲੈਣ ਆਉਣਾ जी। ਤੇ ਉਹਨਾਂ ਨੇ ਗੱਡੀਆਂ ਚੜ੍ਹ ਕੇ ਆਉਣਾ ਫੀਟ 'ਚ, ਐਡਾ ਵੱਡਾ ਏਰੀਅਲ। जी। ਤੇ ਮੈਨੂੰ ਉਹ ਡਰਾਈਵਰ ਹੋਣਾ ਜੀ। ਵਰਦੀ ਵਾਲਾ जी। ਤੇ ਇਹਨਾਂ ਦੇ ਘਰੇ ਜਾਣਾ ਤਾਂ ਬਾਹਰ ਖੋਖਰੀ ਲਾ ਕੇ ਗੋਰਖਾ ਖੜਾ ਹੋਣਾ। जी। ਮੇਰੇ ਦਿਮਾਗ 'ਚ ਸੀਗਾ ਵੀ ਯਾਰ ਮੈਂ ਵੱਡਾ ਹੋ ਕੇ ਕਾਰਖਾਨਾ ਜ਼ਰੂਰ ਲਾਉਣਾ। ਜੀ। ਉਹ ਇਹ ਸਾਰਾ ਸੌਦਾ ਕਾਰਖਾਨੇ ਨਾਲ ਹੁੰਦਾ। जी। ਆਪਾਂ ਅਕਸਰ ਹੀ ਕਿਸਾਨੀ ਦੀ ਗੱਲ ਕਰਦੇ ਆ ਜਾਂ ਸ਼ੌਂਕੀ ਸਰਦਾਰਾਂ ਦੀ ਗੱਲ ਕਰਦੇ ਆ, ਤਾਂ ਆਪਣੇ ਨਾਲ ਰਾਣਾ ਗੁਰਜੀਤ ਸਿੰਘ ਆ ਜਿਹੜੇ ਸ਼ੌਂਕੀ ਸਰਦਾਰ ਵੀ ਆ ਤੇ ਬਹੁਤ ਚੰਗੇ ਕਿਸਾਨ ਵੀ ਆ। ਅੱਜ ਰਾਜਨੀਤੀ ਵਾਲੇ ਗੱਲ ਮਸਲੇ ਤੋਂ ਪਾਸੇ ਹੋ ਕੇ ਗੱਲ ਨੂੰ ਸੁਣਿਓ, ਕਿਸਾਨ ਬਣ ਕੇ ਗੱਲ ਸੁਣਿਓ, ਤਾਂ ਮੈਂ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲੂਗਾ। ਆਪਾਂ ਇੱਕ ਸਫਲ ਕਿਸਾਨ ਦੇ ਨਾਲ ਆ ਜਿਨ੍ਹਾਂ ਦਾ ਪਿਛੋਕੜ ਪਾਕਿਸਤਾਨ ਤੋਂ ਲੈ ਕੇ ਕਿਸਾਨੀ ਦੇ ਨਾਲ ਜੁੜਿਆ ਹੋਇਆ, ਤੇ ਇਕੱਲਾ ਕਿਸਾਨੀ ਦੇ ਨਾਲ ਆਈ ਨਹੀਂ ਕਿ ਟੱਕਰਾਂ ਮਾਰਨ ਵਾਲੀ ਕਿਸਾਨੀ ਕੀਤੀ ਆ, ਪਹਿਲਾਂ ਤੋਂ ਹੀ ਅਗਾਂਹ ਵਧੂ ਕਿਸਾਨੀ ਕੀਤੀ ਆ ਇਹਨਾਂ ਨੇ। ਜਿੰਨਾ ਕੁ ਮੈਨੂੰ ਇਹਨਾਂ ਬਾਰੇ ਪਤਾ ਲੱਗਿਆ, ਉਸ ਤੋਂ ਅੱਗੇ ਆਪਾਂ ਰਾਣਾ ਗੁਰਜੀਤ ਜੀ ਦਾ ਸਵਾਗਤ ਕਰਦੇ ਹਾਂ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਮੈਨੂੰ ਨਾ ਜੀ, ਮੈਂ ਤੁਹਾਡੇ ਬਾਰੇ ਜਿੰਨਾ ਸੁਣਿਆ ਸੀਗਾ ਨਾ, ਮੈਂ ਐਵੇਂ ਹੀ ਸੁਣਦਾ ਹੁੰਦਾ ਸੀਗਾ ਕਿ ਉਹ ਇੱਕ ਚੰਗੇ ਬਿਜ਼ਨਸਮੈਨ ਆ, ਚੰਗੇ ਰਾਜਨੇਤਾ ਹੈ ਜਿਨ੍ਹਾਂ ਦਾ ਨਾਂ ਹੈ ਰਾਜਨੀਤੀ ਦੇ ਵਿੱਚ, ਪਰ ਬਹੁਤ ਚੰਗੀ ਕਿਸਾਨੀ ਕਰ ਰਹੇ ਆ। ਇਹ ਪੱਖ ਤੁਸੀਂ ਲੁਕੋਈ ਰੱਖਿਆ ਦੁਨੀਆ ਤੋਂ, ਇਹ ਦਿਖਾਇਆ ਹੀ ਨਹੀਂਗਾ। ਗੱਲ ਆ ਤੁਸੀਂ ਦੂਜੇ ਪੱਤਰਕਾਰ ਹੋ। ਜੀ 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 ਜੀ। ਪਹਿਲਾਂ ਇੱਕ ਮੁੰਡਾ ਨਵਰੀਤ ਆ ਜੀ। ਅੱਖਰ ਵਾਲਾ। ਜੀ ਜੀ ਜੀ। ਤੁਹਾਡੇ ਚੈਨਲ ਦਾ ਕੀ ਨਾਮ ਹੈ? ਮੇਰਾ ਨਾਮ ਸ਼ੌਂਕੀ ਸਰਦਾਰ ਹੈ। ਸ਼ੌਂਕੀ ਸਰਦਾਰ ਜੀ। ਉਹ ਕੋੜੇ ਵਾਲੀ ਮੈਂ ਦੇਖੀ ਭਾਈ। ਹਾਂਜੀ ਹਾਂਜੀ ਬਿਲਕੁਲ ਦੇਖੀ ਹੈ ਜੀ। ਦੇਖੀ ਮੈਂ ਵੀ, ਇਹ ਪਿੱਛੇ ਦਾ ਕਰਦਾ ਜੀ। ਤੇ ਜੇ ਸਹੀ ਮੈਨੇਜ ਪੁੱਛੋ ਨਾ ਜੀ ਤੇ ਮੇਰੇ ਦਾਦਾ ਜੀ ਜੀ 1907-8 ਦੇ ਵਿੱਚ ਨਿਊਜ਼ੀਲੈਂਡ ਚਲੇ ਗਏ। ਜੀ। ਜ਼ਮੀਨਾਂ ਥੋੜੀਆਂ ਸੀ ਜੀ ਜੀ ਜੀ। ਦੁਆਬੇ ਜ਼ਮੀਨਾਂ ਹੀ ਥੋੜੀਆਂ ਸੀ। ਜੀ। ਮੇਰੇ ਦਾਦੇ 2 ਭਰਾ ਸੀ ਤੇ 36 ਕਿੱਲੇ ਪੈਲੀ ਸੀ। ਜੀ। ਬਾਹਰ ਜਾਣ ਦਾ ਸ਼ੌਕ ਸੀ, ਬਾਹਰ ਗਏ। ਜੀ। ਉਹ ਨਿਊਜ਼ੀਲੈਂਡ ਚਲੇ ਗਏ। 1912 'ਚ ਮੇਰੇ ਤਾਇਆ ਜੀ, ਉਹਨਾਂ ਦੀ ਉਮਰ 15 ਸਾਲ ਤੋਂ ਘੱਟ ਸੀ ਜੀ। ਤੇ ਉਹ ਵੀ ਉੱਥੇ ਚਲੇ ਗਏ। ਜੀ। ਫਿਰ ਮੇਰੇ ਦੋ ਛੋਟੇ ਤਾਇਆ ਜੀ ਕਾਫੀ ਦੇਰ ਬਾਅਦ ਚ ਗਏ। ਜੀ। ਫਿਰ ਮੇਰੇ ਪਿਤਾ ਜੀ ਬਾਅਦ ਚ ਗਏ। ਜੀ। ਤੇ ਉੱਥੇ ਮਿਹਨਤ ਕੀਤੀ ਹੈ, ਜੇ ਕਿ ਇਹ ਜਾਂਦੇ ਹੀ ਸਾਨੂੰ ਅਸੀਂ ਬਹੁਤ ਕੁਝ ਪੈਸਾ ਬਣਾ ਲਏ, ਫਾਰਮ ਬਣਾ ਲਏ। ਗੱਲਾਂ ਝੂਠੀਆਂ ਯਾਰ। ਅਸਲੀਅਤ ਹੈ ਮਿਹਨਤ ਬਗੈਰ ਕੁਝ ਨਹੀਂ ਬਣਦਾ। ਜੀ। ਉਹਨਾਂ ਨੇ ਮਜ਼ਦੂਰੀਆਂ ਕੀਤੀਆਂ ਹੋਣਗੀਆਂ। ਜੀ ਜੀ। ਫਿਰ ਇੱਕ ਸਥਿਤੀ ਇਹੋ ਜਿਹੀ ਆਈ ਕਿ ਸਾਡੇ ਕੋਲ 100-150 ਗਾਂ ਸੀ। ਜੀ। ਡੇਅਰੀ ਫਾਰਮ ਸੀ। ਜੀ। ਤੇ ਉਹ ਜਿਹੜਾ ਡੇਅਰੀ ਫਾਰਮ ਸੀ ਜੀ, ਉਹ ਮੇਰੇ ਨਾਲ 35-40 ਕਿੱਲੇ ਆਲੂਆਂ ਈਸਟ ਫੇਸਿੰਗ, ਮੇਰੇ ਪਿਤਾ ਜੀ ਦੱਸ ਦਿੰਦੇ, ਮੈਂ ਨਹੀਂ ਗਿਆ। ਈਸਟ ਫੇਸਿੰਗ ਘੋੜਿਆਂ ਨਾਲ ਖੇਤੀ ਕਰਦੇ ਹੁੰਦੇ ਸੀ ਜੀ। ਉਹਦੇ ਸਾਡੇ ਕੋਲ 40 ਕਿੱਲੇ ਪੈਲੀ ਸੀ ਜੀ, ਔਰ ਬੜਾ ਪੈਸਾ ਕਮਾਇਆ, ਬੜਾ ਪਿੰਡ ਭੇਜਿਆ ਜੀ। ਫਿਰ ਅਸੀਂ ਜ਼ਮੀਨ 80 ਕਿੱਲੇ ਪਿੰਡ ਹੋਰ ਬਣਾਈ ਜੀ, ਉਹ ਭਲਿਆਂ ਜ਼ਮਾਨਿਆਂ 'ਚ ਜੀ, ਆਜ਼ਾਦੀ ਤੋਂ ਪਹਿਲਾਂ ਜੀ। ਲੇਕਿਨ ਬਣਾਈ ਉਹ ਬੈ ਨਹੀਂ ਕਰਾਈ, ਰਹਿਣ ਕਰਾਈ। ਸਾਡੇ ਪੰਡਤ ਜੀ ਸੀਗੇ ਇੱਥੇ ਜੀ, ਜਿਹੜਾ ਸਾਰਾ ਦੇਖਦੇ ਸੀ ਪਿੰਡ ਦਾ ਕੰਮ ਜੀ। ਤੇ ਉਹ ਕਹਿੰਦੇ ਆਪਾਂ ਬੈ ਨਹੀਂ ਕਰਾਉਣੀ, ਰਹਿਣ ਕਰਾਉਣੀ ਆ ਜੀ। 1937 'ਚ ਜਾਂਦੀ ਲੱਗੀ ਸਰ ਛੋਟੂ ਰਾਮ ਆਇਆ ਸੀ ਨਾ ਲੋ ਜੀ ਵੀ ਜਿਹੜੇ ਸ਼ਾਹੂਕਾਰ ਆ, ਉਹ ਸ਼ਾਹੂਕਾਰੇ 'ਚ ਆ ਗਈ ਜੀ। ਚਲੋ ਕੋਈ ਗੱਲ ਨਹੀਂ।
ਜੀ। ਲੇਕਿਨ ਜ਼ਿੰਦਗੀ 'ਚ ਬੜੇ ਉਤਰਾਅ ਚੜਾਅ ਦੇਖੇ। ਜੀ। ਫਿਰ ਮੁਲਕ ਆਜ਼ਾਦ ਦੀ ਗੱਲ ਸੁਣੀ ਤੇ ਮੇਰੇ ਬਜ਼ੁਰਗ ਜੀ। ਵਾਪਸ ਆਉਣ ਆ ਗਏ ਇੰਡੀਆ ਜੀ। 1944 'ਚ। ਜੀ। ਫਿਰ ਉੱਥੇ ਸਾਡਾ ਕੇਅਰ ਟੇਕਰ ਜਿਹੜਾ ਸੀ ਉਹਦੀਆਂ ਚਿੱਠੀਆਂ ਵੀ ਮੈਂ ਤੁਹਾਨੂੰ ਦਿਖਾ ਸਕਦਾ। ਜੀ। ਮੇਰੇ ਕੋ ਹੰਟਲੀ ਜੀ। ਜਿਹੜਾ ਸੀ ਕਿ ਉੱਥੋਂ ਉਹ ਚਿੱਠੀ ਪਾਉਂਦਾ ਹੁੰਦਾ ਸੀਗਾ ਜੀ। ਤੇ ਉਹਨੇ ਕਹਿਣਾ ਕਿ ਵੀ ਇੰਨੀਆਂ ਗਾਈਆਂ ਹੋ ਗਈਆਂ ਹੋ ਗਿਆ। ਸਾਨੂੰ ਫਿਰ ਪੈਸੇ ਮੁੜ ਕੇ ਸਾਡੇ ਚੋਂ ਕੋਈ ਨਹੀਂ ਗਿਆ। ਜੀ। ਪੈਸੇ ਲਏ ਜਿਹੜੇ ਪਹਿਲਾਂ ਸੀਗੇ ਉੱਥੇ ਜੀ। ਤੇ ਇੱਥੇ ਫਿਰ ਠੇਕੇਦਾਰੀ ਕੀਤੀ ਪਹਾੜਾ ਨੰਗਲ ਡੈਮ 'ਚ। ਜੀ। ਆ ਫਗਵਾੜਾ ਮਿਲ ਲਈ ਆ ਨਾ ਜੀ। ਯਾਰ, ਇਹਦੇ 'ਚ ਮੇਰੇ ਪਿਤਾ ਜੀ ਕੋਲ 4 ਟਰੱਕ ਹੁੰਦੇ ਸੀ ਸਾਡੇ ਕੋਲ ਪਿੰਡ। ਜੀ। ਇੱਕ ਭਰਾ ਪਿੰਡ ਰਹਿੰਦਾ ਸੀ, ਜੀ। 2 ਰਹਿੰਦੇ ਸੀ ਨਿਊਜ਼ੀਲੈਂਡ ਜੀ। ਤੇ 4 ਟਰੱਕ ਹੁੰਦੇ ਸੀ ਸਾਡੇ ਕੋਲ GMCਆਂ, ਜੀ। ਕੋਲੇ ਤੇ ਜਾਂ ਗੈਸ ਤੇ ਚੱਲਣ ਵਾਲੀਆਂ। ਜੀ। ਉਹਨਾਂ ਨਾਲ ਅਸੀਂ ਸੈਂਟਰ ਤੇ ਗੰਨਾ ਦੀ ਢੁਆਈ ਵੀ ਕੀਤੀ ਆ। ਜੀ। ਤਾਂ ਮੇਰਾ ਮਤਲਬ ਕਹਿਣ ਦਾ ਜੇ ਫਿਰ ਮੁਲਕ ਆਜ਼ਾਦ ਹੋ ਗਿਆ, ਜੀ। ਫਿਰ ਆਜ਼ਾਦੀ ਤੋਂ ਪਹਿਲਾਂ ਜ਼ਮੀਨ ਲੈਣੀ ਆ ਪਾਕਿਸਤਾਨ ਲਈਏ, ਜੀ। ਕਿੱਥੇ ਲਈਏ? ਜੀ। ਸਾਡੇ ਤੋਂ ਪਾਕਿਸਤਾਨ ਜ਼ਮੀਨ ਤਾਂ ਨਹੀਂ ਲਈ ਗਈ। ਜੀ। ਉਦੋਂ ਪਹਿਲਾਂ ਜੀ। ਹੀ ਮੁਲਕ 'ਚ ਕਿ ਵੀ ਦੋ ਫਾੜ ਹੋ ਜਾਣਾ। ਜੀ। ਹਿੰਦੁਸਤਾਨ ਪਾਕਿਸਤਾਨ ਬਣ ਗਿਆ। ਜੀ। ਤੇ ਪਾਕਿਸਤਾਨ ਬਣਦੇ ਸਾਰ ਹੀ ਅਸੀਂ ਯੂਪੀ ਚਲੇ ਗਏ। ਜੀ। ਯੂਪੀ ਜਾ ਕੇ ਜੰਗਲਾਂ 'ਚ ਮਿਹਨਤਾਂ ਕੀਤੀਆਂ। ਜੀ। ਮੇਰੇ ਤਾਇਆ ਜੀ, ਮੇਰੇ ਪਿਤਾ ਜੀ, ਜੀ। ਮੇਰੀ ਮਾਤਾ ਨੇ ਬੜੀ ਮਿਹਨਤ ਕੀਤੀ। ਜੀ। ਮੇਰੀ ਮਾਤਾ ਨੇ 85 ਸਾਲ ਦੀ ਉਮਰ ਤਾਈਂ ਖੇਤੀ ਕੀਤੀ ਆ। ਜੀ। ਉਹ ਵੀ ਧੱਕੇ ਨਾਲ ਮੈਂ ਛੁਡਾਈ। ਮੈਨੂੰ ਕਹਿੰਦੇ ਮੈਂ 2 ਸਾਲਾਂ 'ਚ ਮਰ ਜਾਣਾ ਜਦੋਂ ਤੂੰ ਕੰਮ ਛਡਾਤਾ। ਵਾਹ। ਉਹ 1.5 ਸਾਲ 'ਚ ਪੂਰੇ ਹੋ ਗਏ। ਵਾਕਈ ਉਹ ਗੱਲ ਸੱਚੀ ਹੈ ਕਿ ਰਿਟਾਇਰਮੈਂਟ ਮੌਤ ਵਰਗੀ ਹੈ। 1.5 ਸਾਲ 'ਚ ਪੂਰੇ ਹੋ ਗਏ। ਜੀ। ਤੇ ਮੈਂ ਆਪਣੀ ਗਲਤੀ ਮੰਨਦਾ। ਜੀ। ਲੇਕਿਨ ਗੱਲ ਇਹ ਕਿ ਵੀ ਜਿਹਨੇ ਜਦੋਂ ਜਾਣਾ ਉਦੋਂ ਜਾਣਾ। ਜੀ। ਲੇਕਿਨ ਉਹ ਕੰਮ ਕਰਕੇ ਸਾਨੂੰ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਰਾਣਾ ਇੰਦਰ ਪ੍ਰਤਾਪ ਨੂੰ ਤੁਸੀਂ ਜਾਣਦੇ ਹੋ? ਜੀ। MLA ਬਣਿਆ। ਜੀ। ਇਹਨੂੰ ਸ਼ੂਟਿੰਗ ਦਾ ਸ਼ਿਕਾਰ ਸੀ। ਜੂਨੀਅਰ, ਸਬ ਜੂਨੀਅਰ ਤੇ ਜੂਨੀਅਰ 'ਚ ਜੀ। ਸਕੀਟ ਔਰ ਟਰੈਪ ਦੋਨਾਂ ਦਾ ਨੈਸ਼ਨਲ ਸ਼ੂਟਰ ਨੰਬਰ 1 ਰਿਹਾ। ਜੀ। ਤੇ ਇਹਨੂੰ 8ਵੀਂ 'ਚ ਪੜ੍ਹਦਾ ਹੁੰਦਾ ਸੀ, 7ਵੀਂ 'ਚ। ਜੀ। ਇਹਨੂੰ ਇਹ ਹੋ ਗਿਆ ਮੈਂ ਤਾਂ ਬੰਦੂਕ ਚਲਾਉਣਾ, ਚਲੋ ਫਾਰਮ ਤੇ ਚਲੋ, ਜੀ। ਸ਼ਿਕਾਰ ਖੇਲੋ। ਜੀ। 2 ਦਿਨ ਸ਼ਿਕਾਰ ਖੇਲਿਆ, 3 ਦਿਨ ਖੇਲਿਆ। ਜੀ। ਮੇਰੀ ਮਾਤਾ ਕਹਿੰਦੀ ਵੀ ਮੇਰੇ ਤੋਂ ਵਿਹਲਾ ਬੰਦਾ ਨਹੀਂ ਦੇਖਿਆ ਜਾਂਦਾ। ਜੀ। ਰਾਤ ਨੂੰ ਤੂੰ ਸ਼ਿਕਾਰ ਖੇਲਦਾ, ਜੀ। ਦਿਨੇ ਤੂੰ ਸੁੱਤਾ ਰਹਿਣਾ। ਜੀ। ਇਦਾਂ ਨਹੀਂ ਚੱਲ ਸਕਦਾ ਕੰਮ। ਜੀ। ਤੈਨੂੰ 8 ਘੰਟੇ ਜਦੋਂ ਲੇਬਰ ਆਉਂਦੀ ਆ ਗੰਨੇ 'ਚ, ਜੀ। ਇਹ ਮਈ ਜੂਨ ਦੀ ਗੱਲ ਹੈ। ਜੀ। ਬਰਸਾਤ ਚਾਲੂ ਹੋ ਜਾਂਦੀ ਸਾਡੇ ਤੇ, ਜੀ। 15 ਜੂਨ ਨੂੰ ਆ ਜਾਂਦੀ ਆ। ਜੀ। ਤੇ ਸਾਰਾ ਜੂਨ ਦਾ ਜਦ 3 ਛੁੱਟੀਆਂ ਸੀ। ਜੀ। ਮੈਂ ਕਿਹਾ ਵੀ 8 ਘੰਟੇ ਲੇਬਰ ਕੰਮ ਕਰਦੀ ਆ, ਐਡਾ ਐਡਾ ਗੰਨਾ। ਜੀ। ਅਸੀਂ ਖੁਰਪੇ ਨਾਲ ਗੁੱਡੀ ਦਾ ਸੀ ਉਹ ਸੀ। ਮੈਂ ਚਾਲੂ ਕਰਾਇਆ ਸੀ। ਜੀ। ਯੂਪੀ 'ਚ ਕੋਈ ਖੁਰਪੇ ਨਾਲ ਗੰਨਾ ਨਹੀਂ ਗੁੱਡਦਾ ਸੀਗਾ। ਜੀ। ਜਦੋਂ ਮੈਂ ਤਕੜਾ ਹੋਇਆ ਮੈਂ ਕਿਹਾ ਯਾਰ ਉਦੋਂ ਦਵਾਈਆਂ ਇੰਨੀਆਂ ਨਹੀਂ ਸੀ। ਜੀ। ਤੇ ਫਿਰ ਉਹ ਐਡਾ ਐਡਾ ਗੰਨਾ। ਫਿਰ ਜੀ। ਮੇਰੀ ਮਾਂ ਦਾ ਮੈਨੂੰ ਫੋਨ ਆਇਆ, ਜੀ। ਕਹਿੰਦੀ ਰਾਤ ਨੂੰ ਇਹ ਸ਼ਿਕਾਰ ਖੇਲਦਾ, ਜੀ। ਇਹਨੂੰ ਸੌਣ ਨੂੰ ਟਾਈਮ ਘੱਟ ਮਿਲਦਾ। ਜੀ। ਲੇਕਿਨ ਮੈਨੂੰ ਇਹ ਪਤਾ ਯਾਰ ਆਪਾਂ ਨੂੰ ਲੋੜ ਨਹੀਂ, ਜੇ ਮੁੰਡਾ ਨਾ ਵੀ ਕੰਮ ਕਰੇ ਜੀ। ਤੇ ਸਰ ਸਕਦਾ। ਜੀ। ਲੇਕਿਨ ਸਰਦਾ ਨਹੀਂ ਹੁੰਦਾ ਕਹਿੰਦੇ ਜੀ। ਬਗੈਰ ਕੰਮ ਕੀਤੇ। ਜੀ। ਤੇ ਮੈਨੂੰ ਇਹ ਵੀ ਪਤਾ ਕਿ ਯਾਰ ਐਡਾ ਐਡਾ ਗੰਨਾ, ਇਹ 'ਚ ਸੱਪ ਵੀ ਤੁਰੇ ਫਿਰਦੇ ਆ। ਜੀ। ਤੇ ਵੱਢ ਦਿੱਤਾ ਤਾਂ ਮੁੰਡੇ ਦਾ ਨੁਕਸਾਨ ਵੀ ਹੋ ਸਕਦਾ। ਜੀ। ਕਹਿੰਦੇ ਨਕੰਮੇ ਨਾਲ ਨਾ ਹੋਇਆ ਚੰਗਾ। ਓ ਹੋ। ਜੀ। ਮੇਰੀ ਮਾਂ ਦੇ ਵਰਡ ਸੀਗੇ। ਜੀ। ਤੇ ਉਹ ਬੜੇ ਸਖਤ ਸੀਗੇ ਆਪਣੇ ਸੁਭਾਅ ਦੇ। ਜੀ। ਨਕੰਮੇ ਬੰਦੇ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਸੀਗੇ। ਜੀ। ਔਰ ਉਹਨਾਂ ਦੇ ਚੰਡਿਓ, ਜੀ। ਮੇਰਾ ਮੈਨੇਜਰ ਹੈ ਅੱਜ ਫਾਰਮ ਤੇ, ਜੀ। ਉਹਨਾਂ ਦਾ ਚੰਡਿਆ। ਜੀ। ਤੇ ਅੱਜ ਉਹ ਇਕੱਲਾ ਹੀ ਖੇਤੀ ਕਰਦਾ ਸੀ, ਉਹਨੂੰ ਦੱਸੀਦਾ ਵੀ ਨਹੀਂ। ਤੁਸੀਂ ਖੇਤੀ ਮੁੱਢ ਤੋਂ ਲੈ ਕੇ ਕਰਦੇ ਰਹੇ, ਜ਼ਿਆਦਾ ਹੁਣ ਖੇਤੀ ਕਾਹਦੀ ਕਰਦੇ? ਗੰਨੇ ਦੀ, ਚੁਕੰਦਰ ਦੀ? ਦੇਖੋ ਜੀ, ਮੈਂ ਯੂਪੀ ਦੇ ਵਿੱਚ ਜੰਗਲ ਲੈ ਲਈ ਦਿੰਦੇ ਸੀ। ਜਿੱਦਾਂ ਜੰਗਲ ਉਹਨਾਂ ਨੇ ਕੱਟੇ, ਜੀ। ਉਹਦੇ ਝਾੜੀਆਂ ਹੋਣੀਆਂ, ਕੋਈ ਜੜ੍ਹਾਂ ਛੱਡ ਦੇਣੀਆਂ। ਜੀ। ਉਹਨਾਂ ਨੂੰ ਫਿਰ ਅਸੀਂ ਸਾਫ਼ ਕਰਕੇ ਉਹਨਾਂ ਨੂੰ ਵਾਹ ਕੇ ਜੀ। 4-4, 5-5 ਹਜ਼ਾਰ ਕਿੱਲੇ ਤਾਈਂ ਦੀ ਖੇਤੀ ਅਸੀਂ ਜੰਗਲ ਪੱਟ ਕੇ ਕੀਤੀ ਆ ਜੀ। ਐਟ ਅ ਟਾਈਮ। ਜੀ। ਪਰ ਮੈਂ 1983, 84, 85 ਜੀ। ਤੋਂ ਲੈ ਕੇ 99 ਤਾਈਂ ਜੀ। ਹੈਲੀਕਾਪਟਰ ਨਾਲ ਸਪਰੇਅ ਕਰਾਇਆ। ਜੀ। ਮੇਰੇ ਕੋਲ ਅੱਜ ਵੀ ਕਾਗਜ਼ ਪਏ ਹੋਣੇ ਆ। ਜੀ। ਸੋਇਆਬੀਨ ਬੀਜੀ ਦੀ ਸੀ। ਜੀ। ਤੇ ਸਪਰੇਅ ਉਹਨੂੰ ਜਦੋਂ ਵਾਇਰਸ ਪੈਂਦਾ ਸੀ, ਸੁੰਡੀ ਪੈਂਦੀ ਸੀ, ਉਹ ਕੰਟਰੋਲ ਫਿਰ ਨਹੀਂ ਛੇਤੀ। ਉਧਰੋਂ ਬਰਸਾਤ ਹੁੰਦੀ ਸੀ। ਜੀ। ਹੈਲੀਕਾਪਟਰ ਲੈ ਆਉਣਾ ਕਿਰਾਏ ਤੇ ਉੱਪਰ ਮੈਨੇਜਰ ਨੇ ਨਾਲ ਬਹਿ ਜਾਣਾ ਜੀ। ਤੇ ਸਪਰੇਅ ਕਰਾਉਣੀ। ਜੀ। ਇੱਥੇ ਤਾਂ ਹੀ ਕੀਤੀ ਆ। ਜੀ। ਸਰਕਾਰਾਂ ਤਾਂ ਕਰਦੀਆਂ ਸੀ ਪੰਜਾਬ 'ਚ ਪਹਿਲਾਂ, ਜੀ। ਜੀ। ਕਾਟਨ 'ਚ। ਜੀ। ਲੇਕਿਨ ਐਸ ਪ੍ਰਾਈਵੇਟ ਇੰਡੀਵਿਜੂਅਲ ਜੀ। ਆਪਾਂ ਕਰਾਈ ਆ। ਜੀ। ਉਹ ਕਰਾਈ ਆ। ਹੁਣ ਯੂਪੀ 'ਚ ਵੀ ਕਰਦੇ ਆ ਖੇਤੀ? ਯੂਪੀ 'ਚ ਅਸੀਂ ਹੁਣ ਸਿਰਫ ਆਪਣੇ ਘਾਤੀ ਖੇਤੀ ਕਰੀ ਦੀ, ਠੇਕੇ ਤੇ ਨਹੀਂ ਲਈ ਦੀ। ਤੇ ਇੱਥੇ ਕਿਹੜੀ ਇੱਥੇ ਜਦੋਂ ਮੈਂ 1988 'ਚ ਪੰਜਾਬ 'ਚ ਆਇਆ, ਜੀ। ਮਨ 'ਚ ਸੀ ਜਦ ਮੈਂ ਛੋਟਾ ਹੁੰਦਾ ਸੀ ਨਾ, ਸਕੂਲ ਪੜ੍ਹਦਾ ਹੁੰਦਾ ਸੀ ਤੇ ਇੰਡਸਟਰੀਅਲਿਸਟਾਂ ਦੇ ਮੁੰਡੇ, ਜੀ। ਇਹਨਾਂ ਦੇ ਮਾਤਾ ਪਿਤਾ ਨੇ ਇਹਨਾਂ ਨੂੰ ਲੈਣ ਆਉਣਾ। ਜੀ। ਤੇ ਉਹਨਾਂ ਨੇ ਗੱਡੀਆਂ ਚੜ੍ਹ ਕੇ ਆਉਣਾ ਫੀਟ 'ਚ, ਐਡਾ ਵੱਡਾ ਏਰੀਅਲ। ਜੀ। ਤੇ ਮੈਨੂੰ ਉਹ ਡਰਾਈਵਰ ਹੋਣਾ ਜੀ। ਵਰਦੀ ਵਾਲਾ। ਜੀ। ਤੇ ਇਹਨਾਂ ਦੇ ਘਰੇ ਜਾਣਾ ਤਾਂ ਬਾਹਰ ਖੋਖਰੀ ਲਾ ਕੇ ਗੋਰਖਾ ਖੜਾ ਹੋਣਾ। ਜੀ। ਮੇਰੇ ਦਿਮਾਗ 'ਚ ਸੀਗਾ ਵੀ ਯਾਰ ਮੈਂ ਵੱਡਾ ਹੋ ਕੇ
ਕਾਰਖਾਨਾ ਜ਼ਰੂਰ ਲਾਉਣਾ ਜੀ। ਕਿਉਂ ਇਹ ਸਾਰਾ ਸੌਦਾ ਕਾਰਖਾਨੇ ਨਾਲ ਹੁੰਦਾ। ਜੀ ਤੇ ਆਪਾਂ ਹੁਣ ਪਿੰਡਾਂ ਦੇ ਲੋਕ ਖੇਤੀ ਕਿੱਡੀ ਮਰਜ਼ੀ ਕਰ ਲਓ, ਜੀ ਲੇਕਿਨ ਰਹਾਂਗੇ ਤਾਂ ਅਸੀਂ ਜੋ ਹੈਗੇ। ਹਾਂ ਹੁਣ ਇੱਥੇ ਤਾਂ ਉਹੀ ਹੈ ਨਾ ਜੋ ਕੁਝ ਹੈ। ਹਾਂ ਉਹ ਫੀਲ ਨਹੀਂ ਬਣਦਾ ਜਿਹੜਾ ਉਹ ਫੀਲ ਭਾਲਦੇ ਉਹ ਜਿਹੜਾ ਜਲਵਾ ਇੰਡਸਟਰੀ ਵਾਲਾ ਉਹ ਨਹੀਂ ਬਣਦਾ। ਜ਼ਿਮੀਂਦਾਰ ਕਿੰਨੀ ਕੁ ਤਰੱਕੀ ਕਰ ਲੂ। ਜੀ ਤੇ ਮੈਂ ਫਿਰ ਬੜੀ ਦੇਰ ਨਰਿੰਦਰ ਤਿਵਾੜੀ ਜੀ ਇੰਡਸਟਰੀ ਮਿਨਿਸਟਰ ਜੀ ਉਹ ਫਾਈਨੈਂਸ ਮਿਨਿਸਟਰ ਮੈਨੂੰ ਕਹਿਣ 10 ਕਾਰਖਾਨਾ ਕਾਹਦਾ ਲਾਉਣਾ, ਮੈਨੂੰ ਸਮਝ ਨਾ। ਜੀ ਕਈ ਸਾਲ ਤਾਂ ਮੈਂ ਇਸ ਗੱਲ 'ਚ ਹੀ ਨਿਗਾਹਤੇ ਕਿ ਲਾਵਾਂ ਤੇ ਲਾਵਾਂ ਕਿੱਦਾਂ, ਉਹ ਲੱਗੂਗਾ ਕਿੱਦਾਂ, ਲੇਕਿਨ ਲਾਉਣਾ। ਜੀ ਫਿਰ ਇੱਕ ਦਿਨ ਆਇਆ ਸੱਚੇ ਪਾਤਸ਼ਾਹ, ਨੌਵੀਂ ਪਾਤਸ਼ਾਹੀ ਨੇ, ਜੀ ਨੌਵੀਂ ਪਾਤਸ਼ਾਹੀ ਇੱਧਰ, ਜੀ ਉਹਨਾਂ ਨੇ ਲਵਾ ਕੇ ਦਿੱਤਾ। ਕਿਰਪਾ ਫਿਰ ਪਹਿਲੀ ਪੇਪਰ ਮਿਲ ਲਾਈ ਆਪਾਂ, ਜੀ। ਉਹ ਮੇਰੇ ਭਤੀਜਿਆਂ ਕੋਲ ਹੈ। ਜੀ ਫਿਰ ਉਸ ਤੋਂ ਬਾਅਦ ਪੂਰੇ ਜ਼ੋਰ ਤੇ ਸੀ, ਜ਼ੋਰ ਤੇ ਜਿੱਥੇ ਆਪਾਂ ਖੜੇ ਆ। ਜੀ ਇੱਥੇ ਨਾ ਜ਼ਿਮੀਂਦਾਰਾਂ ਨੂੰ ਪੁੱਛ ਸਕਦੇ ਹੋ, ਜੀ ਇਹ ਤਾਂ ਹੁਣ ਮੁੰਡੇ ਨੇ, ਇਹਨਾਂ ਨੇ ਨਹੀਂ ਵੇਖਿਆ, ਜੀ ਇਹਨਾਂ ਦੇ ਬਜ਼ੁਰਗ। ਜੀ ਤੇ ਇੱਥੇ ਫਿਰ ਕਾਰਖਾਨਾ ਲਾਇਆ ਜੀ ਤੇ ਉਸ ਤੋਂ ਬਾਅਦ ਪੂਰੇ ਜ਼ੋਰ ਤੇ ਸੀਗਾ ਤੇ CRPF ਵੀ ਲੱਗੀ ਰਹੀ। ਮੈਨੂੰ ਕਿਸੇ ਨੇ ਕੋਈ ਪਰੇਸ਼ਾਨੀ ਨਹੀਂ ਜੀ। ਜ਼ਿਆਦਾ ਦਿੱਤੀ ਜੀ ਤੇ ਆਪਾਂ ਡਰੇ ਵੀ ਨਹੀਂ। ਲੋਕ ਕਈ ਡਰ ਬੜੇ ਜਾਂਦੇ ਆ। ਜੀ ਅੱਤਵਾਦ ਚ ਆਪਾਂ 1990 ਚ ਇਹ ਕੰਮ ਚਾਲੂ ਕੀਤਾ ਜੀ ਤੇ 92 ਅਖੀਰ ਚ ਅਸੀਂ ਸ਼ੂਗਰ ਮਿਲ ਚਾਲੂ ਕੀਤੀ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਫਿਰ ਕਿਰਪਾ, ਆਪਾਂ ਮੱਥਾ ਟੇਕਦੇ ਗਏ, ਉਹ ਕਿਰਪਾ ਕਰਦੇ ਗਏ। ਇੱਕ ਮੈਨੂੰ ਹੁਣ ਥੋੜਾ ਕਿਸਾਨਾਂ ਵਾਸਤੇ ਦੱਸੋ। ਮੈਂ ਕਿਸਾਨਾਂ ਵਾਸਤੇ ਤੁਹਾਨੂੰ ਸਪੈਸ਼ਲ ਪੁੱਛਣਾ ਚਾਹੁੰਦਾ ਕਿ ਚੁਕੰਦਰ ਦੀ ਖੇਤੀ ਤੁਸੀਂ ਕਰਦੇ ਆ, ਕੀ ਇਹ ਕਾਮਯਾਬ ਖੇਤੀ ਹੈ? ਇਹ ਕਿਸਾਨ, ਇਹ ਕਿਸਾਨ ਲਈ ਬਹੁਤ ਕਾਮਯਾਬ ਹੈ। ਹੋਰ ਸਾਨੂੰ ਕੀ ਫਾਇਦਾ ਚੁਕੰਦਰ ਵਜਾਉਣ ਦਾ? ਜੀ ਪੰਜਾਬ ਦੇ ਵਿੱਚ 135 ਦਿਨ ਦਾ ਗੰਨੇ ਦਾ ਸੀਜ਼ਨ ਆ ਜੀ। ਯੂਪੀ ਚ 180 ਤੇ 190 ਦਿਨ ਦਾ, ਜੀ ਮਹਾਰਾਸ਼ਟਰ 200 ਕੁਝ ਦਿਨ ਦਾ। ਜੀ ਸੋ ਸਾਡੇ ਕੋਲ ਦਿਨ ਬੜੇ ਘੱਟ ਸੀਗੇ। ਜੀ ਇਹ ਫਿਰ ਰਾਣਾ ਇੰਦਰ ਪ੍ਰਤਾਪ ਕਿਸੇ ਸੈਮੀਨਾਰ ਚ ਗਿਆ ਤਾਂ ਉਹਨੇ ਜੀ ਦੇਖਿਆ ਕਿ ਵੀ ਚੁਕੰਦਰ ਵੀ ਬੀਜਦੇ ਆ। ਜੀ ਉਹ ਕਿਸੇ ਨੇ ਬੋਲਿਆ ਕਿ ਅਸੀਂ ਚੁਕੰਦਰ, ਫਿਰ ਉਹਨੇ ਉਹਨੂੰ ਫੜਿਆ, ਉਹ ਕਹਿੰਦਾ ਬੀਜੀ ਬੂਜੀ ਹੈ ਨਹੀਂ, ਜੀ। ਲੇਕਿਨ ਹੋ ਸਕਦੀ ਆ। ਜੀ ਤੇ ਅਸੀਂ ਇਹ ਲੱਗਦੀ ਹੈ ਸਤੰਬਰ ਅਕਤੂਬਰ ਚ, ਜੀ। ਨਵੰਬਰ ਦਸੰਬਰ। ਜੀ ਅਸੀਂ ਜਦੋਂ ਝੋਨਾ ਲਾਈਦਾ ਨਾ ਮਈ ਜੂਨ ਚ, ਜੀ ਮਈ ਚ ਅਸੀਂ ਲਾਤੀ ਜੀ ਚੁਕੰਦਰ। ਜੀ ਚੁਕੰਦਰ ਵਧਣ ਲੱਗ ਪਈ, ਕੀੜੇ ਪੈਣ ਲੱਗ ਪਏ ਜੀ ਤੇ ਮਿੱਠਾ ਤਾਂ ਬਣਨਾ ਸੀ ਸਰਦੀ ਦੇ ਨਾਲ, ਜੀ ਤੇ ਗਰਮੀ ਸਰਦੀ ਦੋਨੋਂ ਮਿਲੇ। ਜੀ ਤੇ ਉਹਨਾਂ ਦਿਨਾਂ 'ਚ ਫਿਰ ਬਰਸਾਤ ਦੀ ਇਹ ਕ੍ਰੌਪ ਨਹੀਂ ਆ, ਜੀ ਇਹ ਕ੍ਰੌਪ ਆ ਕਣਕ ਦੇ ਨਾਲ ਦੀ, ਝੋਨੇ ਦੇ ਨਾਲ, ਜੀ। ਝੋਨੇ ਦੇ ਨਾਲ ਦੀ ਨਹੀਂ ਆ। ਜੀ ਤੇ ਫਿਰ ਉਹ ਲਾ ਦਿੱਤੀ ਅਸੀਂ 2 ਕਿੱਲੇ। ਜੀ ਉਹਨੂੰ ਅਸੀਂ ਸਪਰੇ, ਰੋਜ਼ ਸਪਰੇ ਕਰਨਾ। ਅਸੀਂ ਸੁੰਡੀ ਗਏ ਮੈਂ ਖਾ ਜਾਣਾ, ਅਸੀਂ ਕਿਹਾ ਖਾਣ ਨਹੀਂ ਦੇਣਾ। ਜੀ ਉਹ ਏਡੇ ਏਡਾ ਹੋ ਗਿਆ, ਜੀ ਜਾਂ ਏਡਾ ਏਡਾ ਹੋ ਗਿਆ। ਜੀ ਤੇ ਮੈਂ ਸ਼ਰਦ ਪਵਾਰ ਸਾਹਿਬ ਨੂੰ ਮਿਲਿਆ, ਜੀ ਮੈਂ ਕਿਹਾ ਜੀ ਸ਼ੂਗਰ ਬੀਟ ਦੀ ਇੱਦਾਂ ਬੜਾ ਮੇਰੇ ਨਾਲ ਪਿਆਰ ਵੀ ਬਹੁਤ ਹੈ। ਜੀ। ਉਹ ਆਏ ਵੀ ਫਿਰ ਇੱਥੇ ਜੀ ਇਸ ਮਿਲ ਨੂੰ ਜੀ 2019 ਦੇ ਵਿੱਚ 16 ਮਈ ਨੂੰ ਦੇਖਣ ਵੀ ਆਏ। ਜੀ ਕ੍ਰੌਪ ਕਟਿੰਗ ਜਦੋਂ ਹੋ ਰਹੀ ਸੀ, ਹਾਰਵੈਸਟਿੰਗ, ਉਦੋਂ ਆਏ। ਜੀ ਤੇ ਮੈਂ ਉਹਨਾਂ ਨੂੰ ਕਿਹਾ ਜੀ, ਮੈਂ ਕਿਹਾ ਮੈਂ ਸ਼ੂਗਰ ਬੀਟ ਦੀ ਕਰਨਾ ਚਾਹੁੰਦਾ। ਕਹਿੰਦਾ ਯਾਰ 7-8 ਸਾਲ ਦੇ ਤਾਂ ਅਸੀਂ ਲੱਗੇ ਹਾਂ, ਜੀ ਕਾਮਯਾਬ ਨਹੀਂ ਹੋਏ, ਜੀ ਤੇ ਤੂੰ ਲਾ ਕੇ ਦੇਖ ਲਾ ਥੋੜੀ ਜੀ। ਮੈਂ ਕਿਹਾ ਜੀ ਮੈਂ ਲਾਉਂਗਾ 5000 ਏਕੜ। ਜੀ ਕਹਿੰਦਾ 5000 ਏਕੜ? ਜੀ ਮੈਂ ਕਿਹਾ ਲਾ ਦੂੰਗਾ। ਅਸੀਂ ਜੇ ਜਦੋਂ ਇਹਦਾ ਫਸਲ ਦਾ ਟਾਈਮ ਨਹੀਂ ਉਦੋਂ ਹੋ ਗਈ ਤਾਂ ਬਾਅਦ ਚ ਕਿਉਂ ਨਹੀਂ ਹੋਊਗੀ? ਜੀ ਲੈ ਲਿਆ ਫਿਰ ਜੱਟ ਵਾਲਾ ਪੰਗਾ ਜੀ ਤੇ ਬਜਾਤੀ ਇਹਨਾਂ ਨੂੰ ਕਿਹਾ ਵੀ ਦੇਾਂਗੇ ਤੁਹਾਨੂੰ ਜੀ। ਕਣਕ ਜਿੰਨੇ ਪੈਸੇ ਜੇ ਕਿਸੇ ਦੀ ਮਰ ਗਈ। ਜੀ ਉਹ ਬਹੁਤ ਸਾਰੇ ਜ਼ਿਮੀਂਦਾਰਾਂ ਨੇ ਸਾਡੇ ਕਹਿਣ ਤੇ 2300 ਏਕੜ ਲਾਈ। ਜੀ ਉਹ ਚੋਂ ਕੁਝ ਖਰਾਬ ਹੋ ਗਈ, ਕੁਝ ਰਹਿ ਗਈ। ਜੀ। ਹਿੰਦੁਸਤਾਨ 'ਚ ਕਿਸੇ ਨੂੰ ਇਹ ਨਹੀਂ ਪਤਾ ਸੀ ਇਹ ਖੇਤੀ ਕਰੀਦੀ ਕਿੱਦਾਂ ਹੈ, ਜੀ। ਤੇ ਨਾ ਹੀ ਸਾਨੂੰ ਪਤਾ ਸੀ। ਨਹੀਂ ਹਜੇ ਵੀ ਨਹੀਂ ਪਤਾ, ਹਜੇ ਵੀ ਨਹੀਂ ਪਤਾ, ਮੈਨੂੰ ਵੀ ਨਹੀਂ ਹੁਣ ਪਤਾ। ਤਾਂ ਅਸੀਂ ਪਰਫੈਕਸ਼ਨ ਲੈ ਜਾਂਦੀ ਆਪਣੇ ਵੱਲੋਂ। ਜੀ ਇਹਦੇ ਨੂੰ ਵੀ ਉੱਪਰ ਹੋਊਗਾ। ਅਸੀਂ ਯੂਰਪ ਜਿੰਨੀ ਯੀਲਡ ਲੈ ਲਈਦੀ ਆ, ਯੂਰਪ ਨਾਲੋਂ ਵੱਧ। ਉਹ ਹੁਣ ਫਿਰ ਸਾਨੂੰ ਦੱਸੋ ਵੀ ਇਹ ਕਿਵੇਂ ਹੁੰਦੀ ਆ? ਕਿਸਾਨ ਬੀਜੇ ਤਾਂ ਕਿਵੇਂ ਬੀਜੇ? ਗੱਲ ਹੈ ਕਿਸਾਨ ਨਹੀਂ ਬੀਜ ਸਕਦਾ। ਜੀ ਕਿਸਾਨ ਇਸ ਕਰਕੇ ਨਹੀਂ ਬੀਜ ਸਕਦਾ, ਮਿਲ ਚਾਹੀਦੀ ਆ। ਜੀ ਤੇ ਜਿੰਨਾ ਪੰਗਾ ਅਸੀਂ ਲੈਨੇ ਆ, ਹੁਣ ਦੇਖੋ ਅਸੀਂ ਬਿਜਾਈ ਵੀ ਆਪ ਕੀਤੀ, ਤੁਹਾਨੂੰ ਸੀਡਲਾਂ ਦਿਖਾਵਾਂਗੇ ਜੀ ਚੱਲਦੀਆਂ। ਜੀ 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 ਬੀਜ ਕੇ ਵੀ ਆ ਸੀਡਲਾਂ ਬਿਜਾਈ ਹੋਈ ਹੈ ਵੀ ਪ੍ਰਤਾਪ ਜੀ, ਇਹ ਸੀਡਲ ਨਾਲ ਬੀਜੀ ਗਈ ਆ। ਦੇਖੋ ਸਪੇਸਿੰਗ ਦੇਖੋ, ਜੀ। ਬੂਟੇ ਨਾਲ ਬੂਟਾ ਮਿਲ ਕੇ ਵੇਖ ਲਓ। ਨਾਲੇ ਦਾ ਬੀ ਬਹੁਤ ਬਰੀਕ ਹੁੰਦਾ। ਇਹ ਇਸ ਵਾਰ ਅਸੀਂ ਇੰਗਲੈਂਡ ਤੋਂ ਮਸ਼ੀਨਾਂ ਮੰਗਾਈਆਂ 17, ਜੀ ਅਗਲੇ ਸਾਲ 25 ਹੋਰ ਮੰਗਾਉਣੀਆਂ। ਜੀ ਸਾਰੇ ਸਾਡੇ ਇਹੋ ਜਿਹੇ 50 ਟਰੈਕਟਰ ਆਪਣੇ ਕੋਲ, ਹਾਂਜੀ ਮੈਂ ਦੇਖਿਆ ਉੱਥੇ ਮਿਲ 'ਚ ਖੜੇ ਆ। 52 ਜੀ। 52 ਟਰੈਕਟਰ ਛੋਟੇ। ਜੀ ਇਹ ਗੰਨੇ ਵੇਲੇ ਗੰਨੇ 'ਚ ਵੜ ਦਈਦੇ ਆ। ਜੀ। 5 ਫੁੱਟ ਤੇ ਗੰਨਾ ਕੋਈ ਨਹੀਂ ਬੋਝਦਾ। ਜੀ ਸਾਡੀ ਮਿਲ ਹੀ ਵਜਾਉਂਦੀ ਆ, ਸਾਰੇ ਪੰਜਾਬ ਦੇਖ ਲਓ। ਜੀ ਅਸੀਂ ਜ਼ਿਮੀਂਦਾਰ ਨੂੰ ਕਹਿੰਦੇ ਗੰਨਾ ਤੂੰ ਬੀਜਣਾ, ਜੀ ਉਹਦੀ ਗੋਡੀ ਅਸੀਂ ਕਰਨੀ ਆ, ਜੀ ਫਿਰ ਮਿੱਟੀ ਅਸੀਂ ਚੜਾਉਣੀ ਆ, ਜੀ। ਗੰਨੇ ਨੂੰ ਬੰਨਣ ਦੀ ਲੋੜ ਨਹੀਂ। ਸਪਰੇ ਅਸੀਂ ਕਰਨੇ ਆ, ਉਹਨਾਂ ਤੋਂ ਚਾਰਜ ਕਰੀਦਾ। ਜੀ ਠੀਕ ਹੈ ਨਾ ਜੀ? ਜੀ ਇਹ ਟਰੈਕਟਰ ਇਸ ਲਈ ਰੱਖੇ 50, ਜੇ ਹੋਰ 50 ਲੈਣੇ ਪਏ ਉਹ ਵੀ ਲਾਂਗੇ। ਜੀ ਗੱਲ ਇਹ ਆ ਕਿ ਵੀ ਹੁਣ ਇਹਨਾਂ ਨੂੰ ਬੀਜ ਕੇ ਦੇਤੀ ਆ,
ਹੁਣ ਗੋਡੀ ਕਰ ਰਿਹਾ ਟਰੈਕਟਰ ਜੀ। ਅੱਛਾ, ਇਹ ਤੁਹਾਡਾ ਟਰੈਕਟਰ ਗੋਡੀ ਕਰ ਰਿਹਾ ਕਿਸਾਨ ਦੀ? ਰਾਣਾ ਸ਼ੂਗਰਸ ਲਿਖਿਆ ਦੇਖੋ ਜੀ ਉਹਦੇ ਤੇ। ਜੀ ਜੀ ਇਹ ਟਰੈਕਟਰ ਆਪਣਾ, ਡਰਾਈਵਰ ਆਪਣਾ, ਜੀ। ਜ਼ਿਮੀਂਦਾਰ ਦੀ। ਅੱਛਾ, ਆਪਾਂ ਗੱਲ ਅੱਜ ਚੁਕੰਦਰ ਦਾ ਕੰਮ ਕਰ ਰਿਹਾ ਜੀ ਇਹਦੇ ਬਾਅਦ ਮੈਂ ਇੰਨਾ ਵੀ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿੰਨੇ ਸਪਰੇ ਹੋਣੇ ਆ ਜੀ ਉਹ ਮਿਲਦੇ ਟਰੈਕਟਰ ਆਉਣਗੇ ਉਹ ਕਰਨਗੇ। ਜੀ। ਕੋਈ ਜ਼ਿਮੀਂਦਾਰ ਆਪ ਕਰਨਾ ਚਾਹੁੰਦਾ ਆਪ ਕਰ ਲੈ, ਜੀ ਜੇ ਸਾਡੇ ਤੋਂ ਕਰਾਉਣਾ ਚਾਹੁੰਦਾ ਸਾਡੇ ਤੋਂ ਕਰਾ ਲੈ। ਜੀ। ਲੇਕਿਨ ਸਾਡੀ ਸੈੱਟ ਪ੍ਰੋਸੀਜਰ ਆ, ਪ੍ਰੋਟੋਕਾਲ ਆ ਕਿ ਇਹ ਬੀਜ ਦੇ ਸਾਰ ਹੀ ਤੁਸੀਂ ਪਾਣੀ ਲਾਉਣਾ। ਆ ਦੇਖੋ, ਜੀ ਆ ਹੁਣ ਪਾਣੀ ਜਿਵੇਂ ਆਲੂ ਨੂੰ ਲਾਈਦਾ ਨਾ, ਜੀ ਇਹ ਇੱਥੇ ਤੇ ਪਾਣੀ ਲਾਇਆ ਜੀ ਤੇ ਬਾਕੀ ਇਸ ਹਿਸਾਬੇ ਨਾਲ ਪਹੁੰਚ ਜਾਣਾ। ਜੀ ਤੇ ਜੇ ਇਹਨੂੰ ਅਸੀਂ ਫਲੱਡ ਇਰੀਗੇਸ਼ਨ ਜਿਹਨੂੰ ਕਹਿੰਦੇ ਆ ਉਹ ਕਰੀਏ ਤੇ ਇਹਨੇ ਮਰ ਜਾਣਾ। ਜੀ ਤੇ ਬੜੀ ਵੱਡੀ ਸਮੱਸਿਆ ਯੂਰਪ 'ਚ ਦੇਖ ਕੇ ਆਇਆ ਮੈਂ, ਕਿਤੇ ਸਪ੍ਰਿੰਕਲਰ ਚੱਲ ਰਹੇ ਆ, ਜੀ ਕਿਤੇ ਡ੍ਰਿਪ ਚੱਲ ਰਹੀ ਆ। ਜੀ ਨਾ ਸਾਡੇ ਕੋਲ ਸਪ੍ਰਿੰਕਲਰ, ਨਾ ਸਾਡੇ ਕੋਲ ਡ੍ਰਿਪ। ਫਿਰ ਜੱਟ ਬੁੱਧੀ ਨੇ ਕੰਮ ਕੀਤਾ ਜੀ ਕਿ ਭਾਈ ਜੇ ਆਲੂ ਜਿੱਦਾਂ ਬੀਜੀ ਦੇ ਸਲਾਬ ਨਾਲ ਜੀ। ਚੜ ਜਾਏ, ਜੀ ਜਿੱਦਾਂ ਮਟਰ ਬੀਜੀ ਦੇ ਸਲਾਬ ਨਾਲ ਪਾਣੀ ਲਾ ਦਈਏ, ਜੀ। ਅਸੀਂ ਸਲਾਬ ਨਾਲ ਇਹਨੂੰ ਉਗਾਈਦਾ। ਜੀ ਤੇ ਪਹਿਲੇ ਦਿਨ ਹੀ ਕੀਤਾ, ਉਹ 'ਚ ਬੜੀਆਂ ਕਮੀਆਂ ਰਹੀਆਂ। ਦੂਜੇ ਸਾਲ ਬਹੁਤ ਵਧੀਆ ਰਿਹਾ। ਜੀ। ਫਿਰ ਤਾਂ ਹੁਣ ਜ਼ਿਮੀਂਦਾਰ ਸਾਡੇ ਨਾਲੋਂ ਜ਼ਿਆਦਾ ਆਪਣੇ ਨਾਲ ਨਾ ਮਨਜੀਤ ਆ ਬਾਈ, ਕਿਸਾਨ ਆ ਜਿਹੜੇ ਖੇਤੀ ਕਰਦੇ ਆ, ਚੁਕੰਦਰ ਦੀ ਖੇਤੀ ਕਰਦੇ ਆ। ਤੇ ਬਾਈ ਕਿਵੇਂ ਆ, ਮਤਲਬ ਹਾਂਜੀ ਠੀਕ ਆ। ਪੰਗਾ ਹੀ ਲਿਆ ਜਾਂ ਤੈਨੂੰ ਲੱਗਦਾ ਵੀ ਹਾਂ ਇਹ ਚੋਂ ਕੁਝ ਨਿਕਲਦਾ? ਨਹੀਂ ਨਿਕਲਦਾ, ਚੰਗਾ ਨਿਕਲਦਾ? ਹਾਂਜੀ ਹਾਂਜੀ ਕਣਕ ਨੂੰ ਚੰਗੇ ਪੈਸੇ ਪੱਲੇ ਪਾਉਂਦੀ ਹਾਂ, ਹੈ? ਚੰਗੀ ਬਣ ਜਾਂਦੇ। ਇਹ ਗੋਡੀ ਟਾਈਮ ਨਾ ਹੋ ਜੇ ਤੇ ਵਧੀਆ ਗੋਡੇ ਜਾਣ। ਜੇ ਮਿਹਨਤ ਕਰੇ ਬੰਦਾ, ਹਾਂ। ਮਿਹਨਤ ਕਰੇ। ਹਾਂਜੀ। ਤੇ ਉਧਰੋਂ ਮਤਲਬ ਮਿਲ ਵੱਲੋਂ ਕੀ ਸੇਵਾ ਰਹਿੰਦੀ ਹੈ? ਮਿਲ ਲਓ, ਸਾਰੀਆਂ ਸਹੂਲਤਾਂ ਹੈਗੀਆਂ। ਗੰਦ ਬਾਰੇ ਹੁਣ ਐਰਕੀ ਦਵਾਈ ਵੀ ਚਲੋ ਵਧੀਆ ਦਿੱਤੀ ਆ, ਜੀ ਤੇ ਮਸ਼ੀਨ ਖੜਨ ਦਾ ਸਾਧਨ ਵੀ ਹੈਗੇ, ਟਰੱਕ ਵੀ ਮਿਲ ਜਾਂਦੇ ਜੀ ਜੇ ਟਰਾਲੀ ਨਾ ਹੋਵੇ ਤੇ। ਜੀ। ਹਾਂਜੀ। ਤੇ ਗੁਡਾਈ ਦਾ? ਹਾਂ, ਗਡਾਈ ਦਾ 500 ਰੁਪਈਆ। ਤੇ ਤੇਲ ਜੇ ਦਿੰਦੇ। ਬਜਾਈ ਵੀ ਕਰ ਜਾਂਦੇ, ਗੁਡਾਈ ਵੀ ਸਾਰਾ ਕਰ ਕੁਝ। ਜਾਂਦੇ? ਜਿੰਨਾ ਤੇਲ ਹਾਂਜੀ। ਜਿੰਨਾ ਤੇਲ ਲੱਗੂਗਾ, ਜਿਹੜਾ ਤੇਲ ਲੈ ਲੈਂਦੇ ਆ? ਹਾਂ, ਤੇਲ ਲੈ ਲੈਂਦੇ ਆ। ਹਾਂਜੀ। ਤੇ ਉਦੋਂ ਬਾਅਦ ਵੇਚਣ ਬੁੱਕਣ ਦਾ ਕੋਈ ਡਿੱਕਾ? ਨਹੀਂ ਉਹ ਤਾਂ ਪੱਕਾ ਹੀ ਰੇਟ ਫਿਕਸ ਕੀਤਾ ਹੁੰਦਾ, ਜੀ। ਪਤਾ ਹੀ ਹੈ ਵੀ ਇੰਨਾ ਰੇਟ। ਕੋਈ ਉਡੀਕ ਨਹੀਂ, ਕੋਈ ਬੈਠਣ ਵਾਲੀ ਗੱਲ ਨਹੀਂ? ਜਿੱਦਾਂ ਵਾਰੀ ਨਾ ਲੱਗੇ ਉਦਾਂ ਪਰਚੀ ਆਈ ਜਾਣੀ। ਕੋਈ ਪਰੇਸ਼ਾਨੀ ਨਹੀਂ, ਸੌਖੀ ਹੈ ਜਾਣਾ? ਹਾਂ, ਸੌਖੀ ਆ ਯਾਰ ਲੋਟ ਆ। ਮੈਨੂੰ ਤਾਂ ਐਂ ਲੱਗਦਾ ਵੀ ਵਧੀਆ ਰਾਣਾ ਜੀ, ਮੈਨੂੰ ਫਿੱਟ ਲੱਗਿਆ ਤੁਹਾਡਾ ਕੰਮ। ਮੈਂ ਪਹਿਲਾਂ, ਤੁਸੀਂ ਆਏ ਨਹੀਂ ਸੀ, ਮੈਂ ਪਹਿਲਾਂ ਵੀ ਪੁੱਛਿਆ ਇੱਥੇ ਕਿਸਾਨਾਂ ਤੋਂ। ਇਹਨਾਂ ਨੂੰ ਪੁੱਛੋ ਪੱਟੀ ਦਾ ਕਿੱਦਾਂ ਬਈ? ਜੀ। ਪੱਟੀ ਦਾ ਮਸ਼ੀਨ ਦੇ ਨਾਲ ਹੀ। ਜੀ। ਹਾਂਜੀ। ਤੇ ਤੁਹਾਡੀ ਜਾਨ ਕਿਵੇਂ ਸੌਖੀ ਰਹਿੰਦੀ ਹਾਂਜੀ, ਹੈ? ਹਾਂਜੀ। ਪਾਸੇ ਬੈਠੇ ਰਹਿੰਦੇ ਆ? ਪਾਸੇ ਨਹੀਂ, ਜਿਹੜੇ ਲਾਗੇ ਬੰਦੇ ਡਿੱਗੇ ਹੁੰਦੇ ਉਹ ਵੀ ਚੁੱਕਣੇ ਹੁੰਦੇ। ਜਿਹੜਾ ਸ਼ਾਮ ਹੋ ਜਾਂਦੀ ਫਿਰ ਉਹ ਵੀ ਇੰਤਜ਼ਾਮ ਕਰਦੇ। ਨਹੀਂ, ਜੇ ਬਾਹਲੀ ਮਿਹਨਤ ਹੁੰਦੀ ਤਾਂ ਤੇਰੇ ਢਿੱਡ ਦੇ ਸਾਈਜ਼ ਨੇ ਮੈਨੂੰ ਦੱਸ ਦੇਣਾ ਸੀਗਾ ਵੀ ਔਖਾ ਬੰਦਾ। ਨਹੀਂ, ਜੇ ਬੈਠ ਕੇ ਗੋਡੀ ਕਰਨੀ ਪੈਂਦੀ ਫਿਰ ਢਿੱਡ ਛੋਟਾ ਹੋ ਜਾਣਾ, ਫਿਰ ਗੋਡਿਆਂ 'ਚ ਆਉਣ ਲੱਗ ਜਾਣਾ ਸੀ। ਨਹੀਂ ਠੀਕ ਆ ਬਈ। ਜੇ ਅਕਸਰ ਇੱਕ ਰਾਣਾ ਜੀ ਗੱਲ ਆ, ਕਿਸਾਨ ਦੇ ਚਿਹਰੇ ਤੇ ਤਾਂ ਹਾਸਾ ਉਦੋਂ ਹੀ ਆਉਂਦਾ ਜੇ ਉਹਨੂੰ ਲੱਗਦਾ ਵੀ 4 ਪੈਸੇ ਫਸਲ ਦੇਊਗੀ। ਤੇ ਨਹੀਂ ਤਾਂ ਜਵਾਕ ਚੰਗੇ ਨੰਬਰ ਵੀ ਲੈ ਕੇ ਆਇਆ ਹੋਵੇ ਤਾਂ ਅਗਲਾ ਕਹਿੰਦਾ ਯਾਰ ਦਫਾ ਕਰ, ਤੂੰ ਪਰੇ ਰੱਖ ਸਰਟੀਫਿਕੇਟ। ਅੱਛਾ, ਇਸ ਇਲਾਕੇ ਦੇ ਲੋਕ ਇੰਨੇ ਚੰਗੇ, ਮੈਂ ਤੁਹਾਨੂੰ ਦੱਸਾਂ, ਜਦੋਂ ਤੁਸੀਂ ਮਿਲ ਆਈ ਨਾ ਜੀ 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 ਤੇ ਮਿਲ ਲਾਤੀ ਇੱਥੇ। ਜੀ। ਪਹਿਲਾਂ ਤਾਂ ਫਾਈਨੈਂਸ ਨਹੀਂ ਹੁੰਦੀ ਸੀ। ਜੀ। ਚਲੋ ਡਾਕਟਰ ਮਨਮੋਹਨ ਸਿੰਘ ਜੀ ਨੂੰ ਸਰਦਾਰ ਬੇਅੰਤ ਸਿੰਘ ਨੇ ਕਿਹਾ, ਜੀ। ਫਾਈਨੈਂਸ ਹੋ ਗਈ। ਜੀ। ਫਾਈਨੈਂਸ ਹੋ ਗਈ ਤੇ ਉਹਦੇ ਪ੍ਰੋਜੈਕਟ ਰਿਪੋਰਟ 'ਚ ਅਸੀਂ ਕਿਹਾ ਕਿ ਵੀ 100 ਕਿੱਲਾ ਪੈਲੀ ਲੈ ਲਈ। ਜੀ। ਲਈ ਸੀਗੀ ਅਸੀਂ 84। ਜੀ। 16 ਕਿੱਲੇ ਪੈਲੀ ਕੋਈ ਦੇਵੇ ਨਾ। ਜੀ। ਹਾਲਾਤ ਠੀਕ ਹੋਣ ਲੱਗ ਪਏ। ਜੀ। ਰਾਤ ਉਦੋਂ ਠੀਕ ਨਹੀਂ ਸੀ, ਜੀ। ਪਰ ਜ਼ਮੀਨ ਨਹੀਂ ਮਿਲੀ। ਜੀ। ਤੇ ਸਰਪੰਚ ਚੰਨਣ ਸਿੰਘ ਸੀ ਜੀ। ਤੇ ਉਹ ਕਹਿੰਦਾ ਪੁਰਾਣਾ ਜੀ ਮੈਨੂੰ ਤੂੰ ਦੱਸ। ਜੀ। ਭਾਊ ਬੋਲਦੇ ਆਕੜ ਕੇ। ਜੀ। ਕਹਿੰਦਾ ਇਹ ਬੰਦ ਕਿਉਂ ਕੰਮ? ਮੈਂ ਕਿਹਾ ਪੈਸੇ ਨਹੀਂ ਆ ਰਹੇ ਬੈਂਕ ਤੋਂ। ਜੀ। ਕਹਿੰਦਾ ਕੀ ਗੱਲ ਹੋ ਗਈ? ਜੀ। ਮੈਂ ਕਿਹਾ 16 ਕਿੱਲੇ ਜ਼ਮੀਨ ਦਵਾ ਦੇ, ਸਵੇਰੇ ਪੈਸੇ ਆ ਜਾਣਗੇ। ਜੀ। ਕਹਿੰਦਾ ਮੇਰੇ ਕੋਲ 18 ਕਿੱਲੇ ਲਿਖਾ ਲਾ 16। ਜੀ। ਉਹਨੇ ਪੈਸੇ ਨਹੀਂ ਲਏ, ਜੀ। ਜ਼ਮੀਨ ਮਿਲਦੇ ਨੋ ਕਰਾਤੀ। ਕਹਿੰਦਾ ਜਦੋਂ ਤੇਰਾ ਸਰਜੂ ਨਾ, ਇਹ ਜ਼ਮੀਨ ਮੇਰੀ ਹੈ, ਮੋੜ ਦੇਈ। ਜੀ। ਤੇ 12 ਸਾਲਾਂ ਮਗਰੋਂ ਜਦ ਸਾਡਾ ਲੋਨ ਲੱਥਾ, ਜੀ, ਫਿਰ ਅਸੀਂ ਉਹਦੀ ਰਜਿਸਟਰੀ ਉਹਨੂੰ ਵਾਪਸ ਕਰਾਈ। ਵਿਸ਼ਵਾਸ ਲੋਕ ਆ, ਭਰੋਸਾ ਦੇਖੋ ਜੇ ਭਰੋਸਾ ਦੇਖੋ ਜੀ, ਵੀ ਥਾਪੀ ਮਾਰ ਕੇ ਖੜਨ ਵਾਲੀ ਗੱਲ ਆ, ਵੀ ਬਰਾਬਰ ਬੰਦਾ ਖੜ ਗਿਆ ਕੋਈ। ਉਹ ਚਲੇ ਗਿਆ, ਅਸੀਂ ਅੱਜ ਵੀ ਉਹਦਾ ਨਾਂ ਲੈਨੇ ਆ। ਉਹਦੇ ਮੁੰਡਿਆਂ ਨੂੰ ਪੁੱਛੀਦਾ ਕਿ ਤੈਨੂੰ ਕੋਈ ਪਰੇਸ਼ਾਨੀ ਤੇ ਨਹੀਂ? ਜੀ। ਹਾਲਾਂਕਿ ਮੁੰਡੇ ਆਪਣੇ ਕੋਲ ਹੀ ਆ। ਜੀ। ਜੀ। ਆਪਣੇ ਕੋਲ ਹੀ ਆ ਜੀ। ਹਾਂ, ਨਹੀਂ ਫਿਰ ਬੰਦੇ ਨੇ ਯਾਦ ਰੱਖਿਆ ਤਾਂ ਪਾਉ ਬਹੁਤ ਤਗੜੇ ਆ। ਕੀ ਬਾਤ ਹੈ। ਬਹੁਤ। ਅੱਛਾ, ਇੰਨਾ ਹੀ ਨਹੀਂ ਜੀ, ਤੁਸੀਂ, ਮੈਂ ਗੁੱਲੀ ਡੰਡੇ ਤੇ ਵੀ ਗੱਲ ਕਰਨਾ ਜੀ। ਚਾਹੁੰਦਾ। ਮੈਂ ਤੁਹਾਡੇ ਆਉਣ ਹੀ ਲੱਗਿਆ ਸੀ, ਤੁਸੀਂ ਆਉਂਦਿਆਂ ਨੇ ਪੁੱਛਿਆ ਕਿ ਗੁੱਲੀ ਡੰਡਾ ਹੋਇਆ ਤੇ ਕੀ ਸਪਰੇਅ ਕੀਤੀ ਹੈ। ਜੀ। ਜੀ। ਆ ਦੇਖੋ, ਆ ਗੁੱਲੀ ਡੰਡਾ। ਜੀ। ਜੀ। ਜੀ।
ਠੀਕ ਹੈ ਨਾ ਜੀ। ਆ ਗੁੱਲੀ ਡੰਡਾ, ਜੀ ਇਹ ਗੁੱਲੀ ਡੰਡਾ ਅਸੀਂ ਤਾਂ ਆਪਣੇ ਇਹਦੇ ਕੰਟਰੋਲ ਕਰ ਲਈਦਾ। ਜੀ ਗੁੱਲੀ ਡੰਡੇ 'ਚ ਮੈਟਾਮੈਟਰੋਨ ਦਾ ਸਪਰੇਅ ਕਰੀਦਾ, ਬੜਾ ਮਹਿੰਗਾ ਸਪਰੇਅ ਆ। ਜੀ ਉਹ ਕਣਕ ਨੂੰ ਜਾਂ ਜ਼ਿਮੀਂਦਾਰ ਨੂੰ ਆਮ ਨੂੰ ਵਾਰਾ ਨਹੀਂ ਖਾਂਦਾ। ਇਹਦੇ 'ਚ ਇਹ ਤਾਂ 450 ਕੁਇੰਟਲ ਲੱਖ ਰੁਪਏ ਦੀ ਵੀ ਹੋ ਜਾਂਦੀ ਆ, ਜੀ 70,000 ਦੀ ਵੀ ਹੋ ਜਾਂਦੀ। ਜਿੱਦਾਂ ਦਾ ਕਿਸਾਨ ਆ ਜਿੰਨੀ ਮਿਹਨਤ ਕਰੂਗਾ ਉਹਨਾਂ ਕੱਢ ਲਊਗਾ। ਜੀ ਤੇ ਇਹਦੇ ਤੇ ਮੈਟਾਮੈਟਰੋਨ ਜਿਹੜੀ ਯੂਰਪ 'ਚ ਦਵਾਈ ਪੈਂਦੀ ਆ, ਜੀ ਉਹ ਅਸੀਂ ਛਿੜਕਾਉਂਦੇ ਆ। ਜੀ ਉਹਦੇ ਨਾਲ ਇੱਕ ਸਪਰੇਅ ਹੋ ਗਿਆ, ਇਹ ਮਰ ਗਈ। ਜੀ ਕਈ ਜ਼ਿਮੀਂਦਾਰ ਗੋਡੀ ਕਰਨਾ ਪਸੰਦ ਕਰਨਗੇ, ਜੀ ਲੇਕਿਨ ਜ਼ਿਮੀਂਦਾਰ ਗੋਡੀ ਕਰਨੀ ਹੱਥੀਂ ਲੇਬਰ ਵਾਲਾ ਕੰਮ ਔਖਾ। ਪਰਹੇਜ਼ ਕਰਦਾ। ਜੀ। ਤੇ ਦੂਜੀ ਸਪਰੇਅ ਜਦੋਂ ਅਸੀਂ ਮਾਰਨੀ ਫਿਰ ਬਿਲਕੁਲ 100% ਕੰਟਰੋਲ। ਦੇਖੋ ਹੁਣ ਤਫਾਲੀ ਚੱਲ ਰਹੀ ਆ, ਜੀ ਅੱਜ ਇਹਦੇ 'ਚ ਮਿੱਟੀ ਚਾੜ ਰਹੇ ਆ, ਗੋਡੀ ਹੋ ਰਹੀ ਆ। ਜੀ ਤੇ ਫਿਰ ਇਹਦੇ ਵਿੱਚ ਜਦੋਂ ਜਿਹੜਾ ਕੱਖ ਰਹਿ ਗਿਆ, ਜੀ ਉਹ ਕੁਛ ਇਹਨਾਂ ਨੇ ਹੱਥਾਂ ਨਾਲ ਕੱਢਣਾ, ਕਿਸੇ ਨੇ ਫਿਰ ਦੁਬਾਰਾ ਸਪਰੇਅ ਵੀ ਮਾਰਨੇ ਆ। ਜੀ। ਹੁਣ ਜਿੱਦਾਂ ਇੱਥੇ ਆ ਕੇ ਟਰੈਕਟਰ ਨੂੰ ਚੱਕਣਾ ਪਿਆ ਨਾ ਜੀ, 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 ਜੀ। ਇੱਥੇ ਰਹਿ ਗਿਆ ਇਹ ਆ ਜਗ੍ਹਾ। ਹਾਂਜੀ। ਇਹ ਇਹਨਾਂ ਨੇ ਹੱਥਾਂ ਨਾਲ ਗੁੱਡ ਦੇਣਾ। ਆ ਜੀ। ਦੇਖੋ ਆ ਜਗ੍ਹਾ ਅੰਦਰ ਠੀਕ ਹੈ, ਇੱਥੇ ਆ ਕੇ ਦੇਖੋ ਹਾਂਜੀ ਆ ਰਹਿ ਗਿਆ। ਆ ਰਹਿ ਗਿਆ। ਜੀ। ਇਹ ਜ਼ਿਮੀਂਦਾਰਾਂ ਨੇ ਹੱਥ ਨਾਲ ਕਰ ਲੈਣਾ। ਜੀ। ਸੋ ਇਹ ਬਹੁਤ ਜ਼ਿਮੀਂਦਾਰ, ਜੇ ਆਪਾਂ ਕਹੀਏ ਕਿ ਕਣਕ ਨਾਲੋਂ ਘੱਟ ਮਿਹਨਤ ਇਹ 'ਚ ਨਹੀਂ, ਜੀ ਇਹ ਸਬਜ਼ੀ ਅੰਗਰ ਪਾਲਣਾ ਪੈਂਦਾ। ਜੀ ਮਿਹਨਤ ਵੀ ਵੱਧ ਹੈ ਤੇ ਪੈਸੇ ਵੀ ਵੱਧ ਹੈ। ਜੀ ਲੇਕਿਨ ਗੁੱਲੀ ਡੰਡਾ ਜਿਹੜਾ ਹੈ ਨਾ ਜੀ, ਜੀ ਇੱਕ ਸ਼ਰਾਬ ਹੈ ਪੰਜਾਬ ਦੀ ਧਰਤੀ ਤੇ। ਮੈਂ ਸਮਝਦਾ ਜੀ ਕਿ ਇਹ ਹੁਣ ਚੁਕੰਦਰ ਤੋਂ ਮੈਂ ਤੁਹਾਨੂੰ ਅੱਛਾ ਇਹਨਾਂ ਦੀ ਫਿਰ ਅਸੀਂ ਸਪਰੇਅ ਵੀ ਕਰਨਾ, ਪਟਾਈ ਵੀ ਅਸੀਂ ਕਰਨੀ ਆ। ਜੀ ਔਰ ਜਿਹੜੇ ਬਹੁਤ ਦੂਰ ਲਵਾ ਦਈਦੇ ਆ, ਉਹਨਾਂ ਦੇ ਟਰੱਕਾਂ ਤੋਂ ਕੁਝ ਕਿਰਾਇਆ ਉਹਨਾਂ ਨੂੰ ਪਾ ਦਈਦਾ, ਕੁਝ ਕਿਰਾਇਆ ਅਸੀਂ ਚੱਲ ਲਈਦਾ। ਜੀ। ਤੇ ਉਹ ਵੀ ਅਸੀਂ ਚੱਕ ਕੇ ਲਿਆਈਦਾ। ਜੀ ਉਹਦੇ ਜਦੋਂ ਪੱਟੀ ਗਈ ਨਾ, ਪੱਟਣ ਤੇ ਸਾਰੀ ਟਰੱਕ 'ਚ ਲੋਡ ਹੋਈ, ਜੀ ਤੇ ਅਸੀਂ ਕੋਸ਼ਿਸ਼ ਕਰੀ ਦੀ ਕਿ 12-14 ਘੰਟੇ ਜਿਹਨੂੰ ਪ੍ਰੋਸੈਸ ਕਰ ਦਈਏ। ਜੀ ਕਿਉਂਕਿ ਗਰਮੀ ਹੁੰਦੀ 45 ਡਿਗਰੀ, 42 ਡਿਗਰੀ, 47 ਡਿਗਰੀ, ਉਹ ਟੈਂਪਰੇਚਰ ਬਹੁਤ ਹੁੰਦਾ। ਪੱਟੀ ਕਿਹੜੀ ਰੁੱਤ ਜਾਂਦੀ ਹੈ ਇਹ? ਇਹ ਜਾ ਕੇ 20 ਅਪ੍ਰੈਲ ਦੇ ਬਾਅਦ ਪੱਟਣੀ ਚਾਲੂ ਕਰਾਂਗੇ। ਜੀ ਵੈਸੇ ਹੁਣ ਅਸੀਂ ਪਲਾਂਟ ਵੱਡਾ ਕਰ ਦਿੱਤਾ, ਜੀ ਕਿਉਂਕਿ ਪਰੇਸ਼ਾਨੀ ਆ ਰਹੀ ਸੀ ਜ਼ਿਮੀਂਦਾਰਾਂ ਨੂੰ ਜੀ। ਕਿ ਅਸੀਂ ਬਜਾ ਲਈਦੀ ਸੀ, ਫਿਰ ਸੀਜ਼ਨ ਲੰਬਾ ਹੋ ਜਾਂਦਾ ਸੀ। ਜੀ। ਇਹ 20 ਜੂਨ ਤਾਈਂ ਜੀ ਵੀ ਪੱਟੀ ਜਾਂਦੀ। ਉਧਰੋਂ ਝੋਨਾ ਬੀਜਣ ਦਾ ਟਾਈਮ, ਉਧਰੋਂ ਬਰਸਾਤ ਆ ਜਾਣੀ। ਲੋਕਾਂ ਨੇ ਝੋਨਾ ਆ ਖੇਤ ਮੰਨ ਲਓ ਸ਼ੂਗਰ ਬੀਟ ਬੀਜੀ ਆ, ਜੀ। ਨਾਲ ਵਾਲੇ ਨੇ ਝੋਨਾ ਬੀਜਿਆ ਹੋਣਾ, ਜੀ। ਤੇ ਵਿੱਚੋਂ ਕੱਢਣੀ ਕਿੱਦਾਂ? ਜੀ। ਮੀਂਹ ਪੈ ਗਿਆ ਤੇ ਬੜੀਆਂ ਪਰੇਸ਼ਾਨੀਆਂ ਆਉਣੀਆਂ। ਜੀ। ਸੋ ਇਸ ਕਰਕੇ ਪਲਾਂਟ ਹੀ ਅਸੀਂ ਵੱਡਾ ਕਰ ਦਿੱਤਾ ਜੀ। ਕਿ ਹੁਣ ਟਾਈਮ ਸਿਰ ਜ਼ਿਮੀਂਦਾਰਾਂ ਦੀ ਫਸਲ ਅਸੀਂ ਸਾਂਭਣੀ ਆ। ਇਹ ਜਿਹੜਾ ਦਾਇਰਾ ਕੀ ਰਹਿੰਦਾ ਤੁਹਾਡੀ ਮਿਲ ਦਾ ਦਾਇਰਾ ਕੀ ਹੈ ਵੀ ਕਿੱਥੋਂ ਤੱਕ ਬਜਵਾ ਦਿੰਦੇ ਹੋ ਤੁਸੀਂ? ਦਾਇਰਾ ਸਾਡਾ ਫਰੀਦਕੋਟ ਦਾ ਹੀ ਆ। ਜੀ ਅਸੀਂ ਦਾਇਰਾ ਵੇਖੀ ਦਾ ਹੀ ਨਹੀਂ। ਜੀ ਕਿੱਲੇ ਪੂਰੇ ਕਰੀਦੇ ਆ, ਜੀ। ਜਿੱਥੇ ਹੋ ਜਾਣ ਉੱਥੇ ਤੇ ਹੀ। ਜੀ ਲੇਕਿਨ ਹੁਣ ਇੱਥੇ ਦੇ ਫਾਰਮਰ ਜ਼ਿਆਦਾ ਅਡਾਪਟ ਕਰ ਰਹੇ ਆ, ਜੀ ਤੇ ਅੱਛੀ ਫਸਲ ਆ, ਤੇ ਲੋਕ ਹੁਣ ਚਾਹਣਗੇ ਕਿ ਐਵੇਂ ਤਾਂ ਨਹੀਂ ਕਦੇ ਵੀ ਜਿਵੇਂ ਕਈ ਫਸਲਾਂ ਇਹੋ ਜਿਹੀਆਂ ਵੀ 4 ਸਾਲ ਤਾਂ ਬਹੁਤ ਚੱਸਣਾ ਹੁੰਦੀਆਂ, ਉਸ ਤੋਂ ਬਾਅਦ ਉਹ ਉਸੇ ਬਾਣ ਚ ਹੁਣ ਹੋ ਜਾਂਦਾ ਚੱਸ ਜੀ, ਉਹ ਮਰ ਜਾਂਦੀ ਹੈ ਬਾਣ ਦੀ। ਇਹਦੇ ਚ ਕੀ ਆ, ਸ਼ੂਗਰ ਬੀਟ ਦੇ ਵਿੱਚ ਵੀ ਸਮੱਸਿਆ ਕੀ ਆ ਜੀ ਕਿ ਜੇ ਲਗਾਤਾਰ 3-4 ਸਾਲ ਇੱਕੋ ਖੇਤ 'ਚ ਬੀਜਦੇ ਜਾਓ, ਜੀ ਤੇ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਫਿਰ ਧਰਤੀ ਦੇ ਵਿੱਚ ਜਾ ਵੜਦੀਆਂ। ਇਹਦੇ ਲਈ ਖੇਤ ਬਦਲਣਾ ਵੀ ਜ਼ਰੂਰੀ ਆ। ਜੀ ਸੋ ਜ਼ਿਮੀਂਦਾਰ ਕਰਦੇ ਆ, ਜੀ ਜਿਨ੍ਹਾਂ ਨੇ ਪਿਛਲੇ ਸਾਲ ਬੀਜੀ ਸੀ ਜੀ। ਉਹਨਾਂ ਨੇ ਇਸ ਸਾਲ ਨਹੀਂ ਬੀਜੀ, ਜੀ। ਜਿਨ੍ਹਾਂ ਨੇ ਇਸ ਸਾਲ 2 ਸਾਲ ਬੀਜ ਲੈਣੀ ਆ, ਜੀ। ਉਹਨਾਂ ਨੇ ਫਿਰ ਜਾਂ ਜ਼ਮੀਨ ਬਦਲ ਲੈਣੀ ਆ, ਜੀ। ਜਾਂ ਫਿਰ 1 ਸਾਲ ਵਿੱਚ ਗੈਪ ਪਾ ਦੇਣਾ। ਜੀ ਸੋ ਇਹ ਬੜੀਆਂ ਜ਼ਰੂਰੀ ਚੀਜ਼ਾਂ। ਉਹ ਕੰਟਰੈਕਟ ਰਹਿੰਦਾ ਜੀ, ਮਤਲਬ ਕੰਟਰੈਕਟ ਇਹਨਾਂ ਨਾਲ ਸਾਡਾ ਤੈਅ ਕਿ ਇੰਨੇ ਰੁਪਏ ਕੁਇੰਟਲ ਦੇਾਂਗੇ, ਜੀ ਤੇ ਇੰਨੇ ਰੁਪਏ ਅਸੀਂ ਪਟਾਈ ਲਾਂਗੇ। ਮਸ਼ੀਨਾਂ ਜੀ ਪੱਟੂਗੀ ਵੀ, ਪਹਿਲਾਂ ਤੇ ਪੱਤੇ ਵੀ ਲਾਊਗੀ, ਪੱਟੂਗੀ ਵੀ, ਟਰੱਕ 'ਚ ਵੀ ਲੋਡ ਕਰੂਗੀ, ਇਹ ਖੜੇ ਹੋਣਗੇ। ਬਸ ਉਹ ਪਾਸੇ ਹੋ ਕੇ ਬਹਿ ਜਾਣਾ, ਚਾਹ ਫੜਾਉਣੀ ਆ ਕੱਲੀ। ਚਾਹ ਵੀ ਤੇ ਦੂਜੇ ਸ਼ਾਮ, ਜੇ ਸ਼ਾਮ ਹੋ ਜਾਏ ਦੂਜਾ ਕੰਮ ਵੀ ਕਰ ਦਿੰਦੇ ਆ। ਇਹਨਾਂ ਨੂੰ ਵੀ ਹੁੰਦਾ ਸਾਡਾ ਖੇਤ ਛੇਤੀ ਨਹੀਂ ਖਾਲੀ ਹੋਵੇ। ਜੀ ਅੱਛਾ, ਗੁੱਲੀ ਡੰਡੇ ਵਾਲੀ ਗੱਲ ਰਹਿ ਗਈ। ਜੀ 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 ਕਣਕ ਦੇ ਵਿੱਚ ਅੱਜ 15 ਮੇਰੇ ਖਿਆਲ ਨਾਲ ਜਿਹੜਾ ਗੁੱਲੀ ਡੰਡਾ ਉਹ ਮਰਦਾ ਨਹੀਂ ਜੀ। ਔਰ ਕਿਸੇ ਵੀ ਫਸਲ ਦੇ ਵਿੱਚ ਜੀ। ਜਿੱਡੀ ਵੱਡੀ ਕਣਕ ਹੁੰਦੀ ਉਦੋਂ ਉੱਚਾ ਗੁੱਲੀ ਡੰਡਾ ਹੁੰਦਾ। ਜੀ 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 ਤੇ ਜੇ ਪਲਾਂਟ ਪਾਪੂਲੇਸ਼ਨ ਸਾਡੀ 30 ਕਿਲੋ ਵੀ ਆ, ਜੀ ਜਿੰਨੇ ਪੌਦੇ ਕਣਕ ਦੇ ਪੈਦਾ ਹੋ ਗਏ ਜੀ 30 ਕਿਲੋ ਜਾਂ 35 ਕਿਲੋ ਬੀਜ, ਜੀ 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 40 ਕਿਲੋ ਬੀਜ, ਜੋ ਯੂਨੀਵਰਸਿਟੀ ਦੱਸਦੀ ਆ। ਜੀ ਕਿਸੇ ਵੈਰਾਈਟੀ ਦਾ ਫੁਟਾ ਜ਼ਿਆਦਾ ਹੁੰਦਾ, ਕਿਸੇ ਦਾ ਘੱਟ ਹੁੰਦਾ, ਜੀ ਉਸ ਹਿਸਾਬ ਨਾਲ ਰਿਕਮੈਂਡ ਕਰਦੇ ਆ। ਜੀ ਤੇ ਸਾਡੇ ਨਾ ਗੁੱਲੀ ਡੰਡਾ ਪਿਛਲੇ 15 ਸਾਲ ਤੋਂ ਲਗਾਤਾਰ ਸਿੰਜੈਂਟਾ ਕੰਪਨੀਆਂ, ਹੋਰ ਵੀ ਕੰਪਨੀਆਂ, ਜੀ ਉਹਨਾਂ ਦੇ ਪੁਰਾਣੇ ਸਾਲਟ ਆ, ਜੀ ਇਹ ਰੈਜ਼ਿਸਟੈਂਟ ਹੋ ਗਿਆ।
ਜੀ ਇਹਦੀ ਸਿਹਤ ਤੇ ਕੋਈ ਅਸਰ ਨਹੀਂ ਆਉਂਦਾ। ਕੋਈ ਫਰਕ ਹੀ ਨਹੀਂ ਪੈਂਦਾ ਇਹਨੂੰ। ਇਹਦੇ ਚ ਦੇਖੋ ਦੋ ਗੱਲਾਂ ਨੇ, ਜੀ ਇੱਕ ਤਾਂ ਰੈਜ਼ਿਸਟੈਂਟ ਹੋ ਗਿਆ, ਜੀ ਇੱਕ ਕਿਸਾਨ ਵੀ ਹਰ ਕਿਸਮ ਦਾ। ਜੀ ਇੱਕ ਕਿਸਾਨ ਹੈ ਬਹੁਤ ਜਿਹੜਾ ਅਗਾਂਹ ਵਧੂ ਸੋਚ ਵਾਲਾ, ਜੀ। ਉਹ ਕਹਿੰਦਾ 90ਵੇਂ ਦਿਨ ਮੈਂ ਪਾਣੀ ਲਾਉਣਾ, ਉਸੇ ਦਿਨ ਪਾਣੀ ਲਾਊਗਾ। ਜੀ ਮੈਂ ਉਹ ਕਹਿੰਦਾ ਵੀ ਮੈਂ ਥੋੜਾ ਥੋੜਾ ਪਾਣੀ ਲਾਉਣਾ, ਥੋੜਾ ਥੋੜਾ ਪਾਣੀ ਲਾਊਗਾ। ਜੀ ਕੋਈ ਜ਼ਿਮੀਂਦਾਰ ਨੱਕਾ ਛੱਡ ਦਿੰਦੇ ਆ, ਜੀ। 4 ਕਿੱਲੇ ਦਾ ਖੇਤ ਆ, ਉਹ ਆਪਣੇ ਮੋਟਰ ਚੱਲੀ ਜਾਂਦੀ ਆ, ਜੀ ਬਿਜਲੀ ਫ੍ਰੀ ਦੀ, ਜੀ। ਭਰ ਜਾਊਗਾ। ਜੀ ਉਹ ਅਪਰੋਚ ਸਾਨੂੰ ਬਦਲਣੀ ਚਾਹੀਦੀ ਆ। ਜੀ ਜਿਵੇਂ ਕਿਆਰੇ ਪਾ ਕੇ ਪਹਿਲਾਂ ਅਸੀਂ, ਤੁਹਾਨੂੰ ਜੇ ਯਾਦ ਹੋਊ, ਜੀ। ਕਿਆਰੇ ਪਾ ਕੇ ਕਰਦੇ ਹੁੰਦੇ ਸੀ ਨਾ, ਜੀ ਜੀ ਬਜਾਈ ਆਪਾਂ ਸਿੰਚਾਈ ਰਹਿ ਕੇ ਪਜਾਮਾ ਚਾੜ ਕੇ। ਪਜਾਮਾ ਚਾੜ ਕੇ, ਪਜਾਮਾ ਕੀ ਕੱਛੇ ਜੀ ਕਰਦੇ ਹੁੰਦੇ ਸੀ। ਜੀ ਜੀ ਤੇ ਇੱਥੇ ਉਹ ਹੁੰਦੀ ਸੀ ਕਈ। ਜੀ ਹੁਣ ਤਾਂ ਮੋਟਰ ਆਟੋ ਸਟਾਰਟਰ ਆ, ਜੀ ਤੇ ਨੱਪ ਦਿੱਤਾ, ਜੇ 2 ਕਿੱਲੇ ਭਰ ਕੇ ਬਿਜਲੀ ਚਲੇ ਗਈ ਆ, ਜੀ। ਅਗਲੇ ਦਿਨ ਆਈ ਸਟਾਰਟਰ ਆਨ, ਫਿਰ ਉਹ 2 ਕਿੱਲੇ 'ਚ ਦੁਬਾਰਾ ਉਹ ਲੱਗ ਜਾਣਾ ਪਾਣੀ। ਹਾਂ, ਜੇ 10 ਮਰਲੇ ਰਹਿ ਗਏ ਤਾਂ ਵੀ ਉਸੇ ਚੜਨਾ। ਉਸੇ 'ਚ ਹੀ ਉੱਪਰ ਦੀ ਹੋਣਾ ਉਹਨੇ, ਜੀ 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 ਜਿੱਧਰ ਨੂੰ ਢਲਾਣ ਆ। ਜੀ। ਇਹ ਸਾਨੂੰ ਸਿਸਟਮ ਥੋੜਾ ਜਿਹਾ ਸੋਚਣਾ ਪੈਣਾ, ਕਿਉਂਕਿ ਪਾਣੀ ਵੀ ਘਟ ਰਿਹਾ। ਜੀ ਔਰ ਗੱਲ ਕਰੀਏ ਗੁੱਲੀ ਡੰਡੇ ਦੀ, ਜੀ ਉਹ ਗੁੱਲੀ ਡੰਡਾ ਜਿਹੜਾ ਹੈ ਨਾ ਜੀ, ਜੀ ਉਹਦੀ ਇੱਕ ਉਮਰ ਹੁੰਦੀ ਹੈ। ਜਾਂ ਮੰਨ ਲਓ ਪਾਣੀ ਲਾਇਆ, ਪਾਣੀ ਲਾਉਂਦੇ ਸਾਰੀ ਇਹ 2 ਪੱਤਿਆਂ ਦਾ ਹੈ ਨਾ, ਜੀ। 2 ਪੱਤੇ ਹੋਇਆ, ਜੀ। ਤੇ ਜ਼ਿਮੀਂਦਾਰ ਮਗਰ ਸਪਰੇ ਮਾਰਦੇ ਤੇ ਕੰਟਰੋਲ ਬੈਟਰ ਹੋਊਗਾ। ਜੀ ਜਦੋਂ ਇਹ ਵੱਡਾ ਹੋ ਜਾਂਦਾ ਜੀ ਫੇਰ ਨਹੀਂ ਇਹ ਕੰਟਰੋਲ ਹੁੰਦਾ। ਜੀ ਫਿਰ ਤਾਂ ਮੈਟਾਮੈਟਰੋਨੀਆ, ਗੋਡੀ, ਇਹਨਾਂ ਗੱਲਾਂ ਨਾਲ। ਔਰ ਕਣਕ 'ਚ ਗੋਡੀ ਨਹੀਂ ਹੋ ਪਾਉਂਦੀ। ਜੀ ਔਰ ਜਿੰਨੇ ਬੂਟੇ ਕਣਕ ਦੇ ਹੁੰਦੇ ਆ, ਉਹਦੇ ਨੂੰ 1.5 ਜਾਂ ਦੁੱਗਣੇ ਬੂਟੇ ਗੁੱਲੀ ਡੰਡੇ ਦੇ ਹੋ ਜਾਂਦੇ ਆ। ਜੀ ਤੇ ਪਾਪੂਲੇਸ਼ਨ ਖੇਤ ਦੇ ਵਿੱਚ ਇੰਨੇ ਹਜ਼ਾਰ ਬੂਟਾ ਸਹੀ ਸਿੱਟਾ ਦੇ ਸਕਦਾ। ਜੀ ਉਹਦੇ ਨਾਲ ਜੇ ਦੁੱਗਣੀ ਚਾਹੇ ਖਰਪਤਵਾਰੀ ਆ, ਜੀ। ਜੇ ਹੋ ਗਈ ਤਾਂ ਉਹ ਡੈਫੀਨਿਟਲੀ ਪੰਜਾਬ 'ਚ ਯੀਲਡ ਇਹਦੇ ਨੂੰ ਵੱਧ ਆ ਸਕਦੀ ਆ, ਅਗਰ ਅਸੀਂ ਗੁੱਲੀ ਡੰਡੇ ਨੂੰ ਕੰਟਰੋਲ ਕਰੀਏ। ਰਾਣਾ ਜੀ ਇੱਕ ਗੱਲ ਹੋਰ ਆ, ਜੇ ਆਪਾਂ ਥੋੜੇ ਦੁਨੀਆ ਤੇ ਨਿਗਾਹ ਮਾਰੀਏ ਤਾਂ ਇੱਕ ਚੀਜ਼ ਸਮਝ ਆਉਂਦੀ ਆ ਵੀ ਜਦੋਂ ਮਤਲਬ ਡੈਮੋਕ੍ਰੇਸੀ ਆ ਗਈ, ਲੜਾਈਆਂ ਹਟ ਗਈਆਂ, ਇਲਾਜ ਹੋ ਗਏ, ਤਾਂ ਪਾਪੂਲੇਸ਼ਨ ਬਹੁਤ ਵੱਧ ਰਹੀ ਆ, ਖਾਣ ਵਾਲੇ ਮੂੰਹ ਵੱਧ ਰਹੇ ਆ, ਧਰਤੀ ਘਟ ਰਹੀ ਆ। ਉਧਰ ਇੱਕ ਪਾਸੇ ਤਾਂ ਖਾਣ ਵਾਲੇ ਮੂੰਹ ਵਧੀ ਜਾਂਦੇ। ਆਪਾਂ ਪੰਜਾਬ ਦੀ ਗੱਲ ਹੀ ਕਰ ਲਈਏ, 12,000 ਮਤਲਬ 12,500 ਪਿੰਡ ਹੈ। ਜੇ ਇੱਕ ਪਿੰਡ ਹਰ ਸਾਲ 3 ਕਿੱਲੇ ਵੀ ਰੋਕਦਾ ਹੈ ਤਾਂ 36,000 ਕਿੱਲਾ ਤਾਂ ਉੱਦਾਂ ਹੀ ਰੁਕ ਜਾਂਦਾ। 36,000 ਕਿੱਲਾ ਰੁਕ ਗਿਆ, 10,000 ਕਿੱਲਾ ਸ਼ਹਿਰਾਂ ਨੇ ਰੋਕ ਲਿਆ, 46,000 ਕਿੱਲਾ ਰੁਕ ਗਿਆ। ਇੱਕ ਪਿੰਡ ਕੋਲੇ 2,000 ਏਕੜ ਜ਼ਮੀਨ ਹੈ, ਤਾਂ ਆਪਾਂ ਕਹ ਲਈਏ 22-23 ਪਿੰਡ ਹਰ ਸਾਲ ਖਾਲੀ ਹੋ ਜਾਂਦੇ ਆ। ਇੰਨੀ ਮਤਲਬ ਲਗਾਤਾਰ ਤੇਜ਼ੀ ਨਾਲ ਜ਼ਮੀਨ ਘਟਦੀ ਆ। ਅੰਨ ਫੇਰ ਵੀ ਰੁਲੀ ਜਾਂਦਾ ਵੀ ਇਹ ਕੀ ਇੱਕ ਮੈਨੇਜਮੈਂਟ ਦੀ ਘਾਟ ਆ, ਕੀ ਕਿਹੜੀ ਚੀਜ਼ ਦੀ ਘਾਟ ਦੇਖੋ ਹੈ? ਜੀ ਗੱਲ ਆ ਕਿ ਇਹ ਬੜਾ ਵੱਡਾ ਸਬਜੈਕਟ ਆ ਜੀ ਕਈ ਗੱਲਾਂ ਇੱਥੇ ਹੋਣੀਆਂ ਚਾਹੀਦੀਆਂ, ਜੀ ਔਰ ਉਹਨਾਂ ਗੱਲਾਂ ਦਾ ਜੇ ਸਰਕਾਰ ਖੁਦ ਕਰਦੀ ਜੀ ਤੇ ਕਿਸਾਨਾਂ ਨੇ ਐਜੀਟੇਟ ਨਹੀਂ ਕਰਨਾ ਸੀ। ਜੀ ਜੀ ਉਹ ਅਸੀਂ ਇੱਕ ਵਪਾਰੀ ਦੇ ਹੱਥ 'ਚ ਦੇ ਦਿੱਤਾ, ਜੀ ਔਰ ਉਹਦੇ ਤੇ ਮੈਂ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ। ਜੀ 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 ਉਹ ਜਿਹੜਾ ਕਿ MSP ਦਾ ਖਤਰਾ ਹੋ ਗਿਆ, ਕਈ ਗੱਲਾਂ ਹੋ ਗਈਆਂ, ਪ੍ਰਾਈਵੇਟ ਟ੍ਰੇਡ ਹੋ ਗਿਆ, ਜੀ ਇਹ ਉਹ ਗੱਲਾਂ। ਹੁਣ ਗੁੱਲੀ ਡੰਡੇ ਦੀ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਕਿ ਇਹਦੇ 'ਚ 7 ਤੋਂ 8% ਜੀ ਜਦੋਂ ਇਹ ਕਣਕ ਵੱਢੀ ਦੀ ਹੈ ਨਾ, ਜੀ ਕਣਕ ਦੇ ਨਾਲ ਗੁੱਲੀ ਡੰਡੇ ਦਾ ਵੀ 20 ਟਰਾਲੀ ਦੇ ਵਿੱਚ ਵੀਰੋ ਜਾਂਦਾ ਨਾ, ਜੀ 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 ਬਿਲਕੁਲ ਬਿਲਕੁਲ ਉਹ ਜਾ ਕੇ ਫਿਰ ਛਾਣਨਾ ਲਾਉਂਦੇ ਉੱਥੇ। ਜੀ ਜੀ ਜਦੋਂ ਛਾਣਨਾ ਲਾਉਂਦੇ ਆ ਤੇ ਮੰਨ ਲਓ ਜਿੰਨੀ ਵੀ ਕਣਕ ਆ ਜੀ ਉਹਦਾ 5-7% ਜੀ। ਗੁੱਲੀ ਡੰਡਾ ਹੋ ਜਾਂਦਾ। ਜੀ ਹੁਣ ਤੂੜੀ ਦੇ ਵਿੱਚ ਤਾਂ ਗੁੱਲੀ ਡੰਡੇ ਦੀ ਡੰਡੀ ਚਲੇ ਗਈ, ਜੀ ਉਹ ਆਪਾਂ ਡੰਗਰਾਂ ਨੂੰ ਪਾਉਣੀ ਆ। ਜੀ ਤੇ ਜਿਹੜਾ ਦਾਣਾ ਆ, ਜੀ ਹੁਣ ਗੁੱਲੀ ਡੰਡੇ ਦੀ ਜਿਹੜੀ ਸਟ੍ਰੋ ਆ ਜਾਂ ਉਹ ਤਣਾ ਆ, ਜੀ। ਉਹ ਕੀ ਡੰਗਰ ਲਈ ਚੰਗਾ ਜਾਂ ਨਹੀਂ ਚੰਗਾ ਮੈਨੂੰ ਤਾਂ ਪਤਾ ਨਹੀਂ। ਜੀ ਤੇ ਇੱਥੇ ਕਿਸੇ ਨੇ ਕਦੇ ਸੋਚਿਆ? ਜੀ ਸਾਡੀ ਯੂਨੀਵਰਸਿਟੀ ਨੇ, ਜੀ ਸਾਡੇ ਡਾਕਟਰਾਂ ਨੇ, ਸਾਡੇ ਅਫਸਰਾਂ ਨੇ, ਜੀ। ਸਾਡੇ ਮੰਤਰੀਆਂ ਨੇ, ਸਾਡੇ ਕਿਸਾਨਾਂ ਨੇ, ਜੀ ਯਾਰ ਸਾਨੂੰ ਸੋਚਣ ਦੀ ਲੋੜ ਹੈ ਜੀ ਕਿ ਇਹ ਹਾਨੀਕਾਰਕ ਤਾਂ ਨਹੀਂ ਸਾਡੇ ਡੰਗਰਾਂ ਲਈ। ਜੀ ਫੇਰ ਇਹਦਾ ਬੀ ਆ ਜਿਹੜਾ ਜੀ ਉਹ ਵਿਕਦਾ, ਜੀ ਇਹ ਜ਼ਿਮੀਂਦਾਰ ਨੂੰ ਨਹੀਂ ਪੈਸਾ ਮਿਲਦਾ ਉਹਦਾ, ਜੀ ਉਹ ਰਹਿੰਦ ਖੂੰਦ ਆੜਤੀਏ ਦੀ ਆ ਜਾਂ ਉੱਥੇ ਦੀ ਲੇਬਰ ਦੀ ਆ, ਜੀ ਫੇਰ ਉਹ ਵਿਕਦੀ ਆ। ਜੀ ਜਦੋਂ ਉਹ ਵਿਕਦੀ ਆ ਜੀ ਤੇ ਫਿਰ ਜਾਂਦੀ ਕਿੱਥੇ ਆ? ਜੀ ਉਹਨੂੰ ਫੇਰ ਦਰਿਆ ਕਰਕੇ ਉਹਦਾ ਫੀਡ ਚ ਪੈ ਤੇ ਕੇ ਫੇਟ 'ਚ ਪਾ ਦਿੰਦੇ, ਫਿਰ ਡੰਗਰ ਖਾਂਦਾ। ਜੀ ਅੱਜ ਤਾਈਂ ਕੀ ਰਿਸਰਚ ਕਿਸੇ ਨੇ ਕੀਤੀ ਹੈ? ਕੋਈ ਕਹਿ ਸਕਦਾ ਹੱਥ ਚੱਕ ਕੇ ਕਿ ਮੈਨੂੰ ਪਤਾ ਕਿ ਇਹ ਨੁਕਸਾਨਦੇਹੀ ਨਹੀਂ ਜੀ ਜਾਂ ਇਹ ਨੁਕਸਾਨਦੇਹੀ ਆ? ਜੀ ਤੇ ਜੇ ਨਹੀਂ ਤੇ ਰეკਮੈਂਡ ਕਿਉਂ ਨਹੀਂ ਕਰਦੇ? ਜੀ ਤੇ ਜ਼ਿਮੀਂਦਾਰ ਦੀ ਉਹ ਚੀਜ਼ ਹੈ ਫਸਲ, ਤੇ ਜ਼ਿਮੀਂਦਾਰ ਨੂੰ ਤੇ ਪੈਸੇ ਕਿਉਂ ਨਹੀਂ ਮਿਲਦੇ? ਜੀ ਇਸ ਗੱਲ ਨੂੰ ਵੀ ਸੋਚਣ ਦੀ ਲੋੜ ਹੈ। ਜੀ ਤੇ ਦੂਜੀ ਗੱਲ, ਜੀ। ਹੁਣ ਮੌਸਮ ਬਦਲ ਰਿਹਾ। ਜੀ ਦੇਖੋ ਕਲਾਈਮੇਟ ਚੇਂਜ, ਜੀ ਕਲਾਈਮੇਟ ਚੇਂਜ
ਇੱਕ ਬੜਾ ਵੱਡਾ ਚੈਲੰਜ ਹੈ। ਪਿਛਲੇ ਸਾਲ 2-2 3-3 ਕੁਇੰਟਲ ਜੀ। ਕਣਕ ਜ਼ਿਮੀਂਦਾਰਾਂ ਦੀ ਘਟ ਗਈ ਜੀ ਕਿੱਲੇ ਮਗਰ ਜੀ ਹੋਈ, ਘਟ ਹੋਈ। ਜੀ ਕਾਰਨ ਕਲਾਈਮੇਟ ਚੇਂਜ। ਹੁਣ ਕਲਾਈਮੇਟ ਚੇਂਜ ਦੀ ਤਿਆਰੀ ਯੂਨੀਵਰਸਿਟੀ ਸਾਡੀ ਕਰ ਰਹੀ ਆ। ਜੀ ਔਰ ਅੱਛਾ, ਮੈਨੂੰ ਯਾਰ ਇੱਕ ਵਾਰ ਯੂਨੀਵਰਸਿਟੀ ਦੀ ਹੁਣ ਕਲਾਈਮੇਟ ਚੇਂਜ ਦੀ ਗੱਲ ਤੇ ਦੁਬਾਰਾ ਆਉਣਾ, ਜੀ ਮੈਨੂੰ ਜਦੋਂ ਪਾਕਿਸਤਾਨ ਦੀ ਗੱਲ ਕਰਦਾ ਨਾ ਜੀ ਕਿ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਜੀ ਤੇ ਸਾਡੇ ਨਾਲ ਬੜਾ ਧੱਕਾ ਪੰਜਾਬੀਆਂ ਨਾਲ ਹੋਇਆ। ਜੀ ਪੰਜਾਬ ਉੱਜੜ ਗਿਆ, ਜੀ ਚਾਹੇ ਉਧਰ ਦਾ ਪੰਜਾਬ ਸੀ ਚਾਹੇ ਇੱਧਰ ਦਾ ਪੰਜਾਬ ਸੀ। ਜੀ ਉਹਨਾਂ ਨੇ ਸਾਨੂੰ ਵੱਢਿਆ, ਸੀ ਉਹਨਾਂ ਨੂੰ ਵੱਢਿਆ, ਜੀ ਕਤਲੋ ਗਾਰਤ ਹੋਈ। ਜੀ ਤੇ ਆਜ਼ਾਦੀ ਦਾ ਖੁਸ਼ੀ ਸਾਰੇ ਹਿੰਦੁਸਤਾਨ ਨੇ ਮਨਾਈ, ਜੀ ਅਸੀਂ ਸੋਗ 'ਚ ਸੀਗੇ, ਜੀ ਲੇਕਿਨ ਫਿਰ ਵੀ ਦੇਸ਼ ਭਗਤੀ ਜੀ ਨਾਲ ਖੜੇ ਹੋਏ। ਜੀ ਜੀ ਜ਼ਮੀਨਾਂ ਸਾਡੀਆਂ ਉਧਰ ਰਹਿ ਗਈਆਂ, ਜੀ ਜਰਖੇਜ਼ ਧਰਤੀ ਉਧਰ ਰਹਿ ਗਈ। ਜੀ ਪਾਣੀ ਦਾ ਜਿੰਨਾ ਨੈਟਵਰਕ ਪੰਜਾਬੀਆਂ ਕਰਕੇ ਜਾਂ ਪੰਜਾਬੀਆਂ ਦੀ ਹਿੰਮਤ ਨਾਲ ਜੀ ਇੱਧਰ ਵਾਲਿਆਂ ਦੀਆਂ, ਖਾਸ ਤੌਰ ਤੇ ਫੌਜੀਆਂ ਦੀਆਂ ਤੇ ਮਿਹਨਤ ਕਸ਼ ਲੋਕ ਜੀ ਜੰਗਲਾਂ 'ਚ ਜਾ ਕੇ ਬਾਤ ਕੀਤੇ, ਜੀ ਉਹ ਉਧਰ ਰਹਿ ਗਿਆ ਨੈਟਵਰਕ, ਇੱਧਰ ਆਉਂਦਿਆਂ ਨੂੰ ਫੇਰ ਸੋਕਾ। ਜੀ ਅੰਗਰੇਜ਼ਾਂ ਨੇ ਉਧਰੋਂ ਹੀ ਵਸਾਉਣਾ ਸ਼ੁਰੂ ਕੀਤਾ, ਉਹ ਚੱਕ ਉੱਧਰੋਂ ਬਣਾਏ ਉਹਨਾਂ ਨੇ ਸੀ। ਕਿਹਾ ਵੀ ਇੱਧਰ ਜੰਗਲ ਨੇ, ਜੀ। ਬੇਆਬਾਦ ਹੈ ਜੀ ਤੇ ਇੱਥੇ ਪਾਣੀ ਦਾ ਸਾਧਨ ਪਹਿਲਾਂ ਪ੍ਰੋਵਾਈਡ ਉਧਰ ਕੀਤਾ ਜੀ ਤੇ ਸਾਡਾ ਪਾਣੀ ਦਾ ਸਿਸਟਮ ਵੀ ਰਹਿ ਗਿਆ, ਜੀ ਜਰਖੇਜ਼ ਧਰਤੀ ਵੀ ਰਹਿ ਗਈ ਜੀ ਤੇ ਨੰਗੇ ਚਿੱਟੇ ਹੋ ਕੇ ਆਏ ਆਪਾਂ। ਜੀ ਲੋਕਾਂ ਨੇ ਫੇਰ ਮਿਹਨਤ ਕੀਤੀ, ਜੀ ਫਿਰ ਸਾਡਾ ਐਗਰੀਕਲਚਰ ਡਿਪਾਰਟਮੈਂਟ ਉਧਰ ਰਹਿ ਗਿਆ, ਜੀ ਸਾਡੀ ਯੂਨੀਵਰਸਿਟੀ ਉਧਰ ਰਹਿ ਗਈ, ਜੀ। ਯੂਨੀਵਰਸਿਟੀ ਦੇ ਰਿਸਰਚ ਉਧਰ ਰਹਿ ਗਈ। ਜੀ ਇੱਥੇ ਪੀਏਯੂ ਨੇ ਤਾਂ ਆ ਕੇ ਬਹੁਤ ਮਿਹਨਤ ਕੀਤੀ, ਜੀ ਮੈਂ ਉਹਨਾਂ ਨੂੰ ਕ੍ਰੈਡਿਟ ਦਿਆਂਗਾ ਪੀਏਯੂ ਨੂੰ। ਜੀ 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 ਔਰ ਮੇਰੇ ਕੋਲ ਫਿਗਰਸ ਨੇ ਕਿ ਸਾਡੇ ਕੋਲ ਸ਼ਾਇਦ 2000 ਕਿੱਲਾ ਸਾਰੇ ਪੰਜਾਬ ਦੇ ਵਿੱਚ ਡਿਫਰੈਂਟ। ਮੇਰਾ ਫੋਨ ਕਿੱਥੇ ਬਈ? ਫੋਨ ਦੇ ਵਿੱਚ ਮੈਂ ਫੀਡ ਕੀਤਾ, ਸੌਰੀ ਯਾਰ ਜੀ। ਨਹੀਂ ਗੱਲਾਂ ਯਾਦ ਨਹੀਂ, ਨਹੀਂ ਨਹੀਂ। ਜੀ, ਕੋਈ ਗੱਲ ਕਰੀਬ ਜੀ ਕਰੀਬ 2000 ਏਕੜ ਸਾਡੇ ਕੋਲ। ਜੀ ਦੇਖੋ ਪੀਏਯੂ ਕੈਂਪਸ ਦੇ ਵਿੱਚ 400 ਕਿੱਲਾ ਸਾਡੇ ਕੋਲ ਜ਼ਮੀਨ ਹੈ। ਜੀ ਲਾਡੋ ਵਾਲੀ ਯੂਐਸਐਫ ਉਹ 'ਚ 800, ਜੀ ਯੂਐਸਐਫ ਨਾਭਾ 450 ਜੀ ਤੇ ਯੂਐਸਐਫ ਨਾਰਾਇਣਗੜ੍ਹ 250 ਜੀ ਤੇ ਜਿੰਨੀਆਂ KVK ਅਸੀਂ ਇਕੱਠੀਆਂ ਕਰ ਲਈਏ ਜੀ ਉਹਨਾਂ ਦੀ ਸਾਰੀ ਮਿਲਾ ਕੇ 350, 24 ਜ਼ਿਲ੍ਹਿਆਂ 'ਚ ਜੀ। ਕਿੰਨੀ ਜਗ੍ਹਾ KVK ਆ। ਹੁਣ ਤੁਸੀਂ ਹਰਿਆਣੇ ਤੇ ਆ ਜਾਓ, ਜੀ ਹਰਿਆਣੇ ਦੀ ਜੇ ਗੱਲ ਕਰੀਏ ਜੀ ਤੇ ਹਰਿਆਣੇ ਦੇ ਕੋਲ ਹਿਸਾਰ ਯੂਨੀਵਰਸਿਟੀ ਕੋਲ 10,000 ਏਕੜ, ਜੀ ਫਿਰ 8,000 ਏਕੜ, ਫਿਰ ਉਹਨੇ ਇੱਕ ਪੂਰਾ ਮੇਰਾ ਸ਼ਾਰਟ ਨਹੀਂ ਆਇਆ। ਜੀ। ਇਹ ਟੋਟਲ ਜ਼ਮੀਨ ਕਰੋਗੇ ਨਾ ਹਰਿਆਣਾ ਐਗਰੀਕਲਚਰ ਡਿਪਾਰਟਮੈਂਟ 16,000 ਨਾ ਜੀ ਨਾ 24,000 ਏਕੜ। 24,000 ਏਕੜ। ਸੋ ਸਾਡੇ ਨਾਲ ਹੋਇਆ ਕਿ ਪਹਿਲਾਂ ਪਾਕਿਸਤਾਨ ਵੰਡਿਆ ਗਿਆ, ਜੀ ਸਾਡਾ ਸਾਰੀ ਜਿੰਨੀ ਸੀਗੀ ਰਿਸਰਚ ਉਧਰ ਰਹਿ ਗਈ। ਜੀ ਫਿਰ ਪੀਏਯੂ ਕੀਤੀ, ਮਿਹਨਤ ਕੀਤੀ ਡਾਕਟਰਾਂ ਨੇ ਵੀ, ਜੀ, ਜੀ। ਸਰਕਾਰਾਂ ਨੇ ਵੀ। ਜੀ ਤੇ ਜ਼ਮੀਨ ਫਿਰ ਸਾਡਾ ਜਦੋਂ ਅਸੀਂ ਤਿਆਰ ਤੂਰ ਕੀਤਾ ਸਿਸਟਮ ਜੀ ਤੇ ਇਹਨਾਂ ਦੇ ਰਿਸਰਚ ਸੈਂਟਰ ਜਾਂ ਉਹਨਾਂ ਫਾਰਮਾਂ ਨੂੰ ਵੀ ਯੂਜ਼ ਪੀਏਯੂ ਨੇ ਕੀਤਾ ਜੀ ਤੇ ਫਿਰ ਹਰਿਆਣਾ ਤੇ ਹਿਮਾਚਲ ਬਣ ਗਿਆ ਵਿੱਚੋਂ। ਜੀ ਉਹ ਸਾਡੇ ਕੋਲ ਕਿੰਨੀ ਰਿਸਰਚ ਨੂੰ ਜ਼ਮੀਨ ਇਕੱਠੀ ਕਰ ਲਓ ਜੀ ਤੇ ਉੱਥੇ 24,000 ਏਕੜ ਹੈ। ਜੀ ਉਹਦੇ 'ਚ ਡੰਗਰਾਂ ਦੀ ਰਿਸਰਚ ਵੀ ਚੱਲ ਰਹੀ ਆ, ਡੰਗਰਾਂ ਲਈ ਫਾਡਰ ਵੀ ਚੱਲ ਰਿਹਾ, ਜੀ। ਕੇਨ ਰਿਸਰਚ ਦੇ ਵੀ ਸਰਕਾਰ ਦੇ ਵੱਡੇ ਫਾਰਮ ਹੈ ਉੱਥੇ, ਜੀ। ਸੈਂਟਰਲ ਸਰਕਾਰ ਦੇ ਸਪਾਂਸਰਡ ਬੜੇ ਹੋਰ ਯੂਨੀਵਰਸਿਟੀਆਂ ਵੀ ਹੈਗੀਆਂ ਜੀ ਜਿਹੜੀਆਂ ਡੰਗਰਾਂ ਤੇ ਕੰਮ ਕਰਦੀਆਂ, ਕੇਨ ਤੇ ਕੰਮ ਕਰਦੀਆਂ, ਵੀਟ ਤੇ ਰਿਸਰਚ 'ਚ ਅੱਜ ਹਰਿਆਣਾ ਸਾਡੇ ਨਾਲੋਂ ਉੱਪਰ ਹੈ, ਥੱਲੇ ਨਹੀਂ ਹੈ। ਮੱਝਾਂ 'ਚ ਉਹ ਉੱਪਰ ਚਲਿਆ ਗਿਆ ਆਪਣੇ ਨਾਲੋਂ, ਤੇ ਗਾਈਆਂ 'ਚ ਤਾਂ PDF ਨੇ ਕੰਮ ਕੀਤਾ, ਯੂਨੀਵਰਸਿਟੀ ਨੇ ਤਾਂ ਆਪਣੀ ਤੇ ਕੰਮ ਨਹੀਂ ਕਰ ਸਕੀ ਉੱਤੇ। ਬਿਲਕੁਲ ਗੱਲ ਠੀਕ ਹੈ। ਜੀ। ਡਾਕਟਰ ਇੰਦਰਜੀਤ ਵਾਈਸ ਚਾਂਸਲਰ ਲੱਗ ਗਏ, ਜੀ ਮੈਂ ਉਹਨਾਂ ਨੂੰ ਮਿਲਣ ਚਲੇ ਗਿਆ ਵੀ ਦੇਖਾਂ ਕਰਦਾ ਵੀ ਇਹ ਕੁਝ ਜਾਣ ਕਿ ਮੈਂ ਐਜ਼ ਡਾਇਰੈਕਟਰ ਜਾਣਦਾ ਸੀ। ਜੀ ਮੈਨੂੰ ਉਹਨਾਂ ਨੇ ਫਾਰਮ ਘੁਮਾਇਆ ਆਪਣਾ, ਜੀ ਕਹਿੰਦਾ ਜੀ ਮੈਂ ਨਾ ਸਾਰਿਆਂ ਨੂੰ ਇਕੱਠੇ ਕਰਕੇ ਬੁਲਾ ਕੇ ਇਹ ਕਿਹਾ ਕਿ ਇਹ ਜਿੰਨੇ ਡੰਗਰ ਹੈ ਤੁਹਾਡੇ, ਜੀ ਇਹਨਾਂ ਦੇ ਵਿੱਚ ਤੁਸੀਂ ਕਦੇ ਇਹਨਾਂ ਦੀ ਮਿਲਕ ਯੀਲਡ ਦੇਖੀ ਕੀ ਆ? ਜੀ ਕਹਿੰਦੇ ਤੁਹਾਡੇ ਕੋਲ ਯੂਨੀਵਰਸਿਟੀ ਕੋਈ ਕੀ ਕਾਹਦੇ ਲਈ ਆਊਗਾ? ਜੀ ਬੀ ਲੈਣ ਲਈ ਆਊਗਾ ਪੀਏਯੂ, ਜੀ ਤੇ ਗੜਵਾਸੂ ਜਿਹੜਾ ਆਊਗਾ ਉਹ ਵੀ ਬੀ ਲੈਣ ਲਈ ਆਊਗਾ, ਜੀ। ਚਾਹੇ ਮੱਝ ਦਾ ਹੋਵੇ ਚਾਹੇ ਗਾਂ ਦਾ ਹੋਵੇ। ਜੀ ਤੇ ਤੁਸੀਂ ਦੱਸੋ ਤੁਹਾਡੇ ਕੋਲ ਬੀ ਕਿਹੜਾ? ਜੀ ਉਹਨਾਂ ਦੇ ਛੱਕੇ ਛੁੱਟ ਗਏ। ਜੀ ਉਹ ਕਹਿੰਦਾ ਮੈਂ ਕਿਹਾ ਵੀ ਜਿੰਨੇ ਡੰਗਰ ਹੈ ਪਹਿਲਾਂ ਤਾਂ ਇਹਨਾਂ ਦੀ ਸੂਏ ਡੰਗਰਾਂ ਨੂੰ ਪ੍ਰੋਪਰ ਡਾਈਟ ਦਿਓ। ਜੀ ਚੁਆਈ ਕੀਤੀ, ਮੁਰਰਾ ਨਸਲ ਦਾ ਮੈਨੂੰ ਮੱਝ ਦਿਖਾਈ, ਜੀ ਉਸ ਮੱਝ ਨੇ 2.5 ਲੀਟਰ ਸਰਕਾਰੀ ਸੇਵਾ ਤੇ, ਜੀ ਜ਼ਿਮੀਂਦਾਰ ਦੀ ਹੋ ਸਕਦੇ 35 ਦੇ ਦੇਵੇ 38 ਦੇ, ਮੈਨੂੰ ਪਤਾ। ਜੀ ਕਹਿੰਦਾ ਫਿਰ ਉਹਨੇ ਉਹਦੇ 3 ਝੋਟੇ ਤੇ ਜੀ। 2 ਝੋਟੀਆਂ ਉਹਦੀਆਂ, ਬੁੱਢੀ ਮੱਝ। ਜੀ
ਤੇ ਕਹਿੰਦਾ ਮੈਂ ਸਾਰੀਆਂ ਫੁੱਲ ਸਟਾਪ ਲਾਤਾ ਕਿ ਇਹਨਾਂ ਨੂੰ ਜਵਾਨ ਹੋਣ ਦਿਓ, ਇਹਨਾਂ ਦਾ ਸੀਮਨ ਲੋਕਾਂ ਨੂੰ ਵੰਡੋ, ਨਵੇਂ ਬੁੱਲ ਲਿਆਓ। ਜੀ। ਯੂਨੀਵਰਸਿਟੀ ਬੀਜ ਦੇਣ ਲਈ ਆ। ਜੀ ਸੋ ਗੱਲ ਹੈ ਕਿ ਵੀ ਇੰਸਟੀਟਿਊਸ਼ਨਸ ਉੱਪਰ ਜਾਣੀਆਂ ਜੀ। ਥੱਲੇ ਜਾਣੀਆਂ, ਜੀ। ਚਾਹੇ ਕਾਲਜ ਹੋਵੇ, ਚਾਹੇ ਸਕੂਲ ਹੋਵੇ, ਚਾਹੇ ਯੂਨੀਵਰਸਿਟੀ ਹੋਵੇ, ਜੀ। ਚਾਹੇ ਡੰਗਰਾਂ ਦੀ ਹੋਵੇ, ਚਾਹੇ ਉਹ ਖੇਤੀਬਾੜੀ ਦੀ ਹੋਵੇ, ਜੀ ਤੇ ਉਹ ਬੰਦੇ ਦੇ ਉੱਤੇ ਮਨਸਰ ਹੈ। ਜੀ। ਸੋ ਬੰਦਾ ਇਸ ਵੇਲੇ ਠੀਕ ਹੈ, ਜੀ। ਉਹ ਠੀਕ ਕੰਮ ਕਰਨਾ ਚਾਹੁੰਦਾ। ਜੀ ਔਰ ਗੱਲ ਕਰ ਰਹੇ ਸੀ ਆਪਾਂ ਕਿ ਵੀ ਯੂਨੀਵਰਸਿਟੀ ਦੀ ਜ਼ਮੀਨਾਂ ਉੱਧਰ ਰਹਿ ਗਈਆਂ, ਇੱਧਰ ਰਹਿ ਗਈਆਂ। ਜੀ। ਸਾਡੇ ਕੋਲ ਸਹੀ ਮੈਨੇਜ ਰਿਸਰਚ ਲਈ ਨਾ ਕੋਈ ਜ਼ਮੀਨ ਹੀ ਥੋੜੀ ਆ। ਜੀ। ਔਰ ਅਸੀਂ ਹਰ ਦੋਸ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਜਾਂ ਉਹਨੂੰ ਦਿੰਨੇ ਆ। ਜੀ। ਬਹੁਤ ਕੰਮ ਕਰ ਰਹੇ ਆ। ਹੁਣ ਖੇਤੀਬਾੜੀ ਦੀ ਤਾਂ ਆਪਾਂ ਗੱਲ ਕਰਦੇ ਸੀ ਕਣਕ ਦੀ, ਜੀ। ਔਰ ਆਪਾਂ ਗੱਲ ਕਰਦੇ ਸੀਗੇ ਕਿ ਗੁੱਲੀ ਡੰਡੇ ਦੀ। ਜੀ। ਗੁੱਲੀ ਡੰਡੇ ਦੀ ਮੇਰੀ ਗੱਲ ਨਹੀਂ ਖਤਮ ਹੋਈ। ਜੀ। ਅੱਜ ਤੁਸੀਂ ਕਿਸੇ ਬੰਦੇ ਨੂੰ ਦੇਖ ਲਓ, ਜੀ। ਉਹ ਕਹਿੰਦਾ ਜੀ ਮੈਂ ਨਵਾਂ ਇੰਪਲੀਮੈਂਟ ਬਣਾਇਆ, ਜੀ। ਤੇ ਇਹ ਜ਼ਿਮੀਂਦਾਰ ਭੱਜ ਕੇ ਜਾ ਕੇ ਜੀ। 2-2 ਲੱਖ ਰੁਪਏ ਦਾ ਇੰਪਲੀਮੈਂਟ ਲੈ ਕੇ ਆ ਜਾਂਦੇ ਆ। ਜੀ। ਜੀ। ਕਿਉਂ ਲੋੜ ਹੈ? ਜੀ। ਉਹ ਕਹਿੰਦੇ ਯਾਰ ਇਸ ਇੰਪਲੀਮੈਂਟ ਨਾਲ ਹੁਣ ਤੁਹਾਨੂੰ ਸਾੜਨ ਦੀ ਲੋੜ ਨਹੀਂ, ਜੀ। ਜੀ। ਇਹ ਡਾਇਰੈਕਟ ਬਿਜਾਈ ਕਰੂਗੀ। ਜੀ। ਡਾਇਰੈਕਟ ਬਿਜਾਈ ਤਾਂ ਹੋ ਗਈ। ਜੀ। ਆ ਗੁੱਲੀ ਡੰਡੇ ਪਾਣੀ ਵੀ ਲਾਤਾ, ਜੀ। ਕਣਕ ਵੀ ਜੰਮ ਪਈ। ਜੀ। ਸਪਰੇਅ ਮਾਰਨਗੇ, ਜੀ। ਸਾਰਾ ਸਪਰੇਅ ਧਰਤੀ ਤੇ ਜਾਊਗਾ। ਜਦੋਂ ਏਡਾ ਕੱਖ ਖੜਾ ਉਹ ਆਪਣਾ ਜੜ੍ਹਾਂ ਉਹਦੀਆਂ ਜਾਂ ਹਾਂ, ਪਰਾਲੀ ਉਹਦੇ ਵਿੱਚ। ਪਰਾਲੀ ਉਹਦੇ ਚੇਡੀਆਂ ਨਹੀਂ ਖੜੀ ਹੋਊਗੀ, ਜੀ। ਉਹ ਜਾ ਹੀ ਨਹੀਂ ਸਕਦੀ ਥੱਲੇ। ਜੀ। ਗੁੱਲੀ ਡੰਡਾ ਵਧਣ ਦਾ ਇੱਕ ਕਾਰਨ ਇਹ ਵੀ ਆ। ਮੇਰੇ ਸਾਹਮਣੇ ਇੱਕ ਔਰ ਚੀਜ਼ ਹੈ ਜੀ। ਆਪਾਂ ਨੂੰ ਸੋਚਣਾ ਪਊਗਾ ਜੀ। ਕਿ ਜਿਹੜੀ ਆਪਾਂ ਹਰ ਸਾਲ ਨਵੇਂ ਇੰਪਲੀਮੈਂਟ ਜ਼ਿਮੀਂਦਾਰ ਨੂੰ ਦੱਸ ਦਿੰਦੇ ਆ ਜੀ। ਗਈ, ਉਹ ਵਿਚਾਰਾ ਪੁਰਾਣੇ ਦੇ ਪੈਸੇ ਨਹੀਂ ਦਿੱਤੇ ਹੁੰਦੇ, ਨਵਾਂ ਫੇਰ ਲਿਆਉਂਦਾ। ਜੀ। ਉਹਦੀ ਮਜਬੂਰੀ ਆ। ਜੀ। ਇਹ ਪਰਾਲੀ ਦੀ ਸਾਂਭ ਸੰਭਾਲ ਲਈ ਡੀਪਲੀ ਸੋਚਣਾ ਪਊਗਾ। ਜੀ। ਕਾਰਨ ਕੀ ਆ ਕਿ ਵੀ ਸਾਡੀਆਂ ਜਿਹੜੀਆਂ ਸ਼ਾਰਟ ਡਿਊਰੇਸ਼ਨ, ਜੀ। ਘੱਟ ਸਮੇਂ ਦੇ ਵਿੱਚ ਪੱਕਣ ਵਾਲੀਆਂ ਝੋਨੇ ਦੀਆਂ ਵੈਰਾਈਟੀਆਂ ਹੋਣ। ਜੀ। ਔਰ ਕਣਕ ਵੀ ਇਸੇ ਤਰ੍ਹਾਂ, ਕਣਕ ਔਰ ਝੋਨੇ ਦੇ ਵਿੱਚ ਗੈਪ ਹੈ ਨਹੀਂ। ਜ਼ਿਮੀਂਦਾਰ ਤਾਂ ਕਹਿੰਦਾ ਇੱਧਰ ਝੋਨਾ ਵੱਢਾਂ, ਹਾਂਜੀ। ਉਧਰ ਮੈਂ ਕਣਕ ਲਾ ਦਿਆਂ, ਜੀ। ਉਧਰ ਮੈਂ ਚੁਕੰਦਰ ਲਾ ਦਿਆਂ। ਜੀ। ਹੁਣ ਜਾਤੇ ਉਹ ਸ਼ਾਰਟ ਡਿਊਰੇਸ਼ਨ ਦੀਆਂ ਨਹੀਂ ਹੁੰਦੀਆਂ, ਔਰ ਪਰਾਲੀ ਦੀ ਸਾਂਭ ਸੰਭਾਲ ਨਹੀਂ ਹੁੰਦੀ। ਜੀ। ਚਾਹੇ ਤਾਂ ਮਲਚ ਕਰਕੇ ਤਾਂ ਧਰਤੀ ਦੇ ਵਿੱਚ ਚਲੇ ਜਾਵੇ, ਜੀ। ਉਲਟਾਵੇਂ ਹਲਾਣਾ, ਜੀ। ਉਹ ਜ਼ਿਮੀਂਦਾਰ ਸਮਰਥ ਨਹੀਂ, ਕਿੱਥੋਂ ਜੀ। ਲਿਆਵੇ? ਜੀ। ਸਾਰੇ ਨਹੀਂ ਕਰ ਸਕਦੇ। ਜੀ। ਤਦ ਤਾਈਂ ਇਹ ਸਮੱਸਿਆ ਦਾ ਹੱਲ ਗੁੱਲੀ ਡੰਡਾ ਦਾ ਨਹੀਂ ਹੋ ਸਕਦਾ। ਜੀ। ਅਸੀਂ ਨਵਾਂ ਸਪਰੇਅ ਵੀ ਲਿਆਈਏ, ਜੀ। ਜੇ ਵਿੱਚ ਹੋਰ ਚੀਜ਼ਾਂ ਖੜੀਆਂ ਜੀ। ਤੇ ਸਾਰੀ ਧਰਤੀ ਨੇ ਤਾਂ ਕਵਰ ਨਹੀਂ ਹੋਣਾ। ਜੀ। ਕੁਝ ਤਾਂ ਉਹਨਾਂ ਦੇ ਉਹ ਟਾਂਡੇ ਜਿਹੜੇ ਖੜੇ ਆ ਝੋਨੇ ਦੇ, ਜੀ। ਉਹਨਾਂ 'ਚ ਦਵਾਈ ਰਹਿ ਜਾਣੀ ਆ, ਥੱਲੇ ਜਾਣੀ ਨਹੀਂ। ਬਾਕੀ ਉਹ ਕਣਕ ਨਾਲ ਮੈਨੂੰ ਲੱਗਦਾ ਪੇਂਦ ਵੀ ਹੋ ਰਿਹਾ ਵੀ, ਜਿਵੇਂ ਦੋਨਾਂ ਦੀਆਂ ਜੜਾਂ ਇਕੱਠੀਆਂ ਹੋ ਜਾਂਦੀਆਂ ਤਾਂ ਹੁਣ ਉਹ ਇਸੇ ਕਰਕੇ ਕਣਕ ਦੇ ਬਰਾਬਰ ਦਾ ਹੀ ਉਹ ਤੇ ਡੋਜ਼ ਚਾਹੀਦੀ ਆ, ਫਿਰ ਉਹਦੇ ਨਾਲ ਕਣਕ ਮਰਦੀ ਆ। ਗੱਲ ਇਹ ਆ ਕਿ ਵੀ ਗੁੱਲੀ ਡੰਡੇ ਦੇ ਨਾਲ ਇੱਕ ਮਾਤਰਾ ਅਜ ਨਹੀਂ ਪਾਉਣੀ ਚਾਹੀਦੀ, ਉਦੋਂ ਵੱਧ ਨਹੀਂ ਪਾ ਸਕਦੇ ਜੀ, ਉਦੋਂ ਘੱਟ ਨਹੀਂ ਪਾ ਸਕਦੇ ਜੀ, ਉਦੋਂ ਲੇਟ ਨਹੀਂ ਪਾ ਸਕਦੇ। ਇੱਕ ਸਟੇਜ ਆ ਜੀ, ਔਰ ਸਾਰੀ ਧਰਤੀ ਦੇ ਉੱਤੇ ਪੈਣੀ ਚਾਹੀਦੀ ਆ। ਜੀ, ਜੇ ਵਿੱਚ ਚੀਜ਼ਾਂ ਖੜੀਆਂ ਆਪਣੇ ਜਿਹੜੇ ਜੜਾਂ ਝੋਨੇ ਦੀਆਂ ਉਹ ਸਰਕੂਲੇਟ ਨਹੀਂ ਹੋਊਗੀ ਤੇ ਉਹ ਥੱਲੇ ਨਹੀਂ ਉਹ ਥੱਲੇ ਨਹੀਂ ਜਾਣੀ, ਉਹਨਾਂ 'ਚ ਹੀ ਰਹਿ ਜਾਣੀਆਂ। ਉਹਦੇ 'ਚ ਜਿਹੜਾ ਕੱਖ ਜਿਹੜਾ ਉਹਦੀ ਛਤਰ ਛਾਂ ਦੇ ਇੱਥੇ ਸਪਰੇਅ ਮਾਰਿਆ, ਸਾਰਾ ਸਪਰੇਅ ਥੱਲੇ ਤਾਈਂ ਤਾਂ ਨਹੀਂ ਜਾਊਗਾ। ਜੇ ਥੱਲੇ ਤਾਈਂ ਸਪਰੇਅ ਨਹੀਂ ਜਾਊਗਾ ਤੇ ਇੱਥੇ ਗੁੱਲੀ ਡੰਡਾ ਉਗੂਗਾ ਜੀ, ਗੁੱਲੀ ਡੰਡੇ ਨੇ ਉਗਣੇ ਗੁਣਾ ਜੀ। ਸੋ ਮੇਰਾ ਮਤਲਬ ਹੈ ਗੁੱਲੀ ਡੰਡੇ ਦਾ ਇਲਾਜ ਸਾਨੂੰ ਬੜੇ ਜੰਗੀ ਪੱਧਰ ਤੇ ਕਰਨਾ ਚਾਹੀਦਾ। ਸਾਡੀ ਕਣਕ ਦੀ ਯੀਲਡ ਗੁੱਲੀ ਡੰਡੇ ਕਰਕੇ ਵੀ ਘਟ ਰਹੀ ਆ, ਮੌਸਮ ਦੀ ਤਬਦੀਲੀ ਕਰਕੇ ਵੀ ਘਟ ਰਹੀ ਆ, ਔਰ ਇਸ ਦੇ ਬਾਰੇ ਨਾ ਸੋਚਿਆ ਤੇ ਜ਼ਿਮੀਂਦਾਰ ਦਾ ਨੁਕਸਾਨ 2-3 ਕੁਇੰਟਲ ਦਾ 4 ਕੁਇੰਟਲ ਦਾ ਹੈਗਾ, ਹਰ ਸਾਲ ਹੀ ਵਧੀ ਜਾਂਦਾ, ਹਰ ਸਾਲ ਵੱਧ ਰਿਹਾ ਜੀ। ਔਰ ਉਹ ਗੁੱਲੀ ਡੰਡੇ ਦੇ ਪੈਸੇ ਆੜਤੀਆਂ ਦੇ ਕੋਲ ਹੋ ਜਾਂਦੇ ਆ ਜੀ, ਜਾਂ ਆੜਤੀਆਂ ਜਾਂ ਮਜ਼ਦੂਰਾਂ ਦੇ ਕੋਲ। ਜ਼ਿਮੀਂਦਾਰ ਦੀ ਫਸਲ ਜੀ, ਚਾਹੇ ਉਹ ਗੁੱਲੀ ਡੰਡਾ ਹੀ ਆ, ਉਹਦੇ ਪੈਸੇ ਇਹਨਾਂ ਨੂੰ ਮਿਲਣੇ ਚਾਹੀਦੇ ਜੀ। ਮੇਰੀ ਆਪਣੀ ਸੋਚ ਹੈ ਜੀ, ਔਰ ਕਰਨ ਨੂੰ ਤਾਂ ਬਹੁਤ ਕੁਝ ਹੈ ਜੀ। ਗੱਲ ਤਾਂ ਸਾਨੂੰ ਪਾਣੀ ਦੀ ਵੀ ਕਰਨੀ ਪਊ ਜੀ, ਬਿਲਕੁਲ ਬਿਲਕੁਲ। ਜਦ ਤੱਕ ਜੁਡੀਸ਼ੀਅਸਲੀ ਜੀ ਜਿੰਨੀ ਪਾਣੀ ਦੀ ਲੋੜ ਹੈ ਜੀ ਉਹਨਾਂ ਪਾਣੀ ਨਹੀਂ ਲਾਓਗੇ ਕਣਕ ਨੂੰ ਜੀ, ਜ਼ਿਆਦਾ ਲਾ ਦੇਵੋਗੇ ਤੇ ਜਿਹੜਾ ਯੂਰੀਆ ਪਾਇਆ ਉਹ ਲੀਚ ਕਰ ਜਾਊਗਾ ਜੀ। ਜੇ ਪਤਲਾ ਪਾਣੀ ਲਾਓਗੇ ਤਾਂ ਯੂਰੀਆ ਇੰਨੀ ਜਗ੍ਹਾ 'ਚ ਰਹੂਗਾ ਜੀ, ਜੇ ਬਾਹਲਾ ਲਾਓਗੇ ਤਾਂ ਧਰਤੀ ਦੇ ਅੰਦਰ ਚਲ ਜਾਊਗਾ ਜੀ। ਅਸੀਂ ਖਾਦਾਂ ਦਾ ਵੀ ਨੁਕਸਾਨ ਕਰ ਰਹੇ ਹਾਂ ਜੀ, ਖੇਤ ਦਾ ਵੀ ਨੁਕਸਾਨ ਕਰ ਰਹੇ ਆ, ਪੈਸਿਆਂ ਦਾ ਤਾਂ ਹੋ ਹੀ ਰਿਹਾ। ਫਿਰ ਜਿਹੜਾ ਇਹਦਾ ਮਤਲਬ ਜਿਹੜੀ ਉਲਟਾਵੇਂ ਹਲ ਨਾਲ ਬਾਈ ਵੀ ਆ, ਫਿਰ ਉਹ ਚ ਤਾਂ ਫਿਰ ਨਹੀਂ, ਫਿਰ ਉਹਦੀ ਤਾਂ ਫਿਰ ਪਾਣੀ ਬਾਹਲਾ ਥੱਲੇ ਚਲਿਆ ਜਾਂਦਾ ਤੇ ਫਿਰ ਯੂਰੀਆ ਖਰਾਬ ਹੋ ਜਾਂਦਾ ਹੋਊ। ਨਹੀਂ, ਉਹ ਪਰੇਸ਼ਾਨੀ ਜ਼ਿਮੀਂਦਾਰ ਉਲਟਾਵਾਂ ਹਲ ਕਿਉਂ ਨਹੀਂ ਫੇਰਨਾ ਚਾਹੁੰਦਾ ਜੀ? ਕਿਉਂਕਿ ਜਦੋਂ ਉਹ ਝੋਨਾ ਲਾਉਂਦਾ ਜੀ
ਤੇ ਇੱਕ ਪਲੇਟ ਵੱਜੀ ਉਹ ਧਰਤੀ ਤੇ ਥੱਲੇ। ਜੀ, ਜੀ। ਇਹਨਾਂ ਨੇ ਉਲਟਾ ਹੱਲ ਲਾਇਆ ਕਿਉਂਕਿ ਇਹਨਾਂ ਨੇ ਸ਼ੂਗਰ ਬੀਟ ਲਾਈ ਆ। ਜੀ। ਇਹਨਾਂ ਦੀ ਸ਼ੂਗਰ ਬੀਟ ਦੀ ਜੜ ਕਿੰਨੇ ਫੁੱਟ ਤੇ ਜਾਂਦੀ ਜੀ ਥੱਲੇ? ਤੇ ਚੁਕੰਦਰ ਦੀ ਇੰਨੀ ਚੱਲ ਜਾਂਦੀ ਹੈ ਨਾ, 1.5 ਫੁੱਟ ਤੇ 1.5-2 ਫੁੱਟ, ਜੀ ਔਰ ਪੋਲੀ ਹੋ ਜਾਂਦੀ ਧਰਤੀ। ਜੀ ਇਹਨਾਂ ਨੇ ਉਲਟਾਵਾਂ ਹਲ ਮਾਰਿਆ। ਜੀ। ਉਲਟਾਵਾਂ ਹਲ ਇਸ ਕਰਕੇ ਮਾਰਿਆ ਕਿ ਇਹਨਾਂ ਚੁਕੰਦਰ ਬੀਜਣੀਆਂ। ਜੀ ਜੇ ਚੁਕੰਦਰ ਲਈ ਉਲਟਾਵਾਂ ਹਲ ਨਹੀਂ ਬਣਨਗੇ ਤੇ ਗਮਲੇ 'ਚ ਖੇਤੀ ਹੋਊਗੀ। ਜੀ। ਇਹਨਾਂ ਦੀਆਂ ਜੜ੍ਹਾਂ ਉੱਥੇ 9 ਇੰਚ 'ਚ ਹੀ ਰਹਿ ਜਾਣਗੀਆਂ ਗੋਲ ਗੋਲ, ਜੀ ਤੇ ਉਹਦੀ ਗਰੋਥ ਨਹੀਂ ਹੋਊਗੀ। ਜੀ ਸੋ ਉਲਟਾਵਾਂ ਇਹ ਲੋਕ ਤਾਂ ਮਾਰ ਰਹੇ, ਲੇਕਿਨ ਸਾਰਿਆਂ ਨੂੰ ਮਾਰਨਾ ਚਾਹੀਦਾ ਜੀ ਨਹੀਂ। ਜੀ ਦੇਖੋ ਹਰ ਸਾਲ ਆਪਾਂ ਗੱਲਾਂ ਕਰੀ ਰਹੇ ਹਾਂ ਜੀ 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 ਕਿ ਜੀ ਸਟਬਲ ਬਰਨਿੰਗ, ਜ਼ਿਮੀਂਦਾਰਾਂ ਤੇ ਕੇਸ। ਜੀ ਯਾਰ ਜ਼ਿਮੀਂਦਾਰਾਂ ਦਾ ਕੀ ਕਸੂਰ ਹੈ? ਜੀ ਜੇ ਹੁਣ ਜਿੰਨੇ ਸਾਧਨ ਹੈ ਉਨੀ ਕੋ ਇਕੱਠੀ ਹੋ ਜਾਂਦੀ ਆ, ਜੀ। ਲੋਕ ਲੈ ਜਾਂਦੇ ਆ, ਜੀ ਤੇ ਉਹਦੇ ਤੇ ਸਾਨੂੰ ਜ਼ੋਰ ਦੇਣ ਦੀ ਲੋੜ ਇੱਕ ਗੱਲ ਇਹ ਵੀ ਆ, ਕਿਤੇ ਨਾ ਕਿਤੇ ਤੁਸੀਂ ਵੀ ਰਾਜਨੀਤੀ 'ਚ ਵੀ ਆ, ਪਰ ਥੋੜਾ ਰਾਜਨੀਤੀ ਵਾਲੇ ਪਾਸੇ ਨੂੰ ਆ ਜਾਂਦੇ ਆ। ਇੱਕ ਕੇਸ ਹੋ ਜਾਂਦੇ ਆ, ਤੁਹਾਡੇ ਵਾਰੀ ਵੀ ਹੋਏ ਕੇਸ ਲੋਕਾਂ ਤੇ, ਹੁਣ ਵੀ ਹੋ ਰਹੇ ਆ ਕੇਸ ਹੋ ਜਾਂਦੇ ਆ। ਜਿਹੜਾ ਇਕੱਠੀ ਕਰਕੇ ਪਰਾਲੀ ਸਰਕਾਰ ਹੀ ਇੱਕ ਪ੍ਰੋਜੈਕਟ ਲਾਉਂਦੀ ਆ, ਮੱਚਦੀ ਉਹ ਵੀ ਆ, ਫਿਰ ਪ੍ਰਦੂਸ਼ਣ ਤਾਂ ਉਹਨੇ ਵੀ ਉਹਨੇ ਕੀਤਾ, ਉਸ ਥਾਂ ਤੇ ਕੀਤਾ ਉਹਨੇ। ਮੰਨ ਲਓ ਜੀ। ਬੋਇਲਰ 'ਚ ਬਾਲਦੇ ਅਸੀਂ ਇਹਨੂੰ, ਜੀ ਤੇ ਉਹਦੇ 'ਚ ਇਹੋ ਜਿਹੇ ਯੰਤਰ ਲੱਗੇ ਆ ਜੀ ਜਿਹਨੇ ਉਹਦੀ ਐਸ਼ ਨਹੀਂ ਬਾਹਰ ਜਾਣ ਦੇਣੀ। ਜੀ ਉਹਨੇ ਧੂਆਂ ਉਹਦਾ ਜਿਹੜਾ ਫੁੱਲ ਬਰਨ, ਜੀ ਦੇਖੋ ਇੱਕ ਧੂਆਂ ਲਾਈ ਦਾ ਕਿੱਦਾਂ ਹੋ ਜਾਂਦਾ, ਜੀ ਉਹਦਾ ਤਾਂ ਉਹਦਾ ਅੰਤਰ ਬੜਾ ਆ। ਜੀ ਬੋਇਲਰ ਦੇ ਵਿੱਚ ਉਹਦਾ ਨੁਕਸਾਨ ਨਹੀਂ ਆ, ਜੀ ਲੇਕਿਨ ਜੇ ਅਸੀਂ ਸਿੱਧੀ ਖੇਤ ਚੋਂ ਬਾਲ ਦਈਏ ਗਿੱਲੀ, ਜੀ ਤੇ ਧੂਆਂ ਗਿੱਲੀ, ਜਦੋਂ ਪੁਰਾਣੇ ਜ਼ਮਾਨੇ 'ਚ ਜੀ। ਡੰਗਰਾਂ ਨੂੰ ਮੱਖੀ ਲੜਦੀ ਹੁੰਦੀ ਸੀ ਜੀ। ਤੇ ਕਹਿੰਦੇ ਵੀ ਘਾਹ ਲਿਆ ਕੇ ਪਾ ਦਿਓ, ਥੋੜੀ ਜਿਹੀ ਤੂੜੀ ਪਾ ਦਿਓ, ਗਿੱਲਾ ਤੇ ਕਰ ਦਿਓ। ਧੂਆਂ ਹੀ ਦੇਈ ਜਾਊਗੀ। ਜੀ। ਉਹ ਧੂਆਂ ਪ੍ਰਦੂਸ਼ਣ ਕਰਦਾ। ਜੀ। ਜੇ ਉਹਦੀ ਬਰਨਿੰਗ ਸਹੀ ਹੋਵੇ, ਜੀ ਬਿਲਕੁਲ ਡਰਾਈ ਹੋਵੇ, ਜੀ ਹੋਰ ਯੰਤਰ ਲੱਗੇ ਹੋਣ ਜੀ ਜਿਹੜੇ ਡਸਟ ਕਲੈਕਟਰ ਆ, ਹੋਰ ਕਈ ਚੀਜ਼ਾਂ। ਜੀ। ਮੈਂ ਜੀ। ਹੁਣ ਬੜੀ ਦੇਰ ਹੋ ਗਈ ਜੀ। ਕਾਰੋਬਾਰ ਛੱਡੇ ਨੂੰ, ਜੀ। ਮੈਂ ਉਹਨਾਂ ਦੇ ਨਾਂ ਨਹੀਂ ਲੈ ਪਾ ਰਿਹਾ। ਜੀ ਉਹ ਚੀਜ਼ਾਂ ਨਾਲ ਫਿਰ ਪੋਲੂਸ਼ਨ ਨਹੀਂ ਹੁੰਦਾ, ਘਟਦਾ ਹੈ। ਘਟਦਾ ਹੈ। ਮਤਲਬ ਇਹ ਗੱਲ ਕਲੀਅਰ ਕਰਨੀ ਬੜੀ ਜ਼ਰੂਰੀ ਸੀ, ਨਹੀਂ ਤਾਂ ਆਮ ਹੀ ਇਹ ਸਵਾਲ ਸੋਸ਼ਲ ਮੀਡੀਆ ਤੇ ਆਮ ਹੀ ਚੱਲਦਾ, ਕਹਿੰਦੇ ਉੱਥੇ ਵੀ ਤਾਂ ਮੱਛੀ ਬੋਇਲਰ ਦੇ ਵਿੱਚ ਪਹਿਲੀ ਗੱਲ ਤੇ ਆ ਕਿ ਵੀ ਉਹ ਬੋਨ ਡਰਾਈ ਹੋ ਜਾਂਦੀ ਆ। ਜੀ ਆਪਾਂ ਜਦੋਂ ਮਹੀਨਾ ਕਿਸੇ ਪਰਾਲੀ ਨੂੰ ਰੱਖ ਲਈਏ, ਪਰਾਲੀ 'ਚ ਨਵੀਂ ਨਾ ਆਉਂਦੀ ਤਾਂ ਕੋਈ ਚੀਜ਼ ਰਹਿੰਦੀ ਨਹੀਂ। ਜੀ ਤੇ ਉਹ ਫਲੇਮ ਦਊਗੀ, ਜੀ। ਧੂਆਂ ਨਹੀਂ ਦਊਗੀ। ਜੀ ਫਲੇਮ ਨਾਲ, ਫਲੇਮ ਮਤਲਬ ਜੀ ਅੱਗ, ਹਾਂਜੀ। ਅੱਗ ਦਊਗੀ। ਜੀ ਜਿਹੜੀ ਅੱਗ ਆ, ਅੱਗ ਦੇ ਨਾਲ ਬੋਇਲਰ ਨੇ ਪਾਣੀ ਗਰਮ, ਉਹਦੀਆਂ ਟਿਊਬਾਂ ਗਰਮ ਕਰ ਦੇਣੀਆਂ, ਜੀ। ਉਹਦੇ 'ਚ ਪ੍ਰੈਸ਼ਰ ਜਨਰੇਟ ਕਰ ਦੇਣਾ। ਜੀ। ਉਹ ਪ੍ਰੈਸ਼ਰ ਦੇ ਨਾਲ ਅਗਲੇ ਨੇ ਆਪਣਾ ਕੰਮ ਚਲਾਉਣਾ। ਜੀ। ਬੋਇਲਰ ਇਸੇ ਲਈ ਆ ਜੀ ਕਿ ਪ੍ਰੈਸ਼ਰ ਬਣੇ। ਜੀ ਪ੍ਰੈਸ਼ਰ ਫਿਰ ਉਹ ਅੱਗ ਬਣਾਉਂਦੀ ਆ, ਜੀ ਔਰ ਉਹ ਜਿਹੜੀ ਅੱਗ ਆ ਉਹ ਫਲੇਮ ਹੁੰਦਾ। ਜਿੱਦਾਂ ਆਪਾਂ ਹੁਣ ਘਰ 'ਚ LPG ਜਲਾਈ ਦੀ ਆ, ਜੀ। ਤੇ ਆਪਾਂ ਕੀ ਇਹ ਵੀ ਪੋਲੂਸ਼ਨ ਕਰਦੀ ਆ? ਜੀ ਉਹ ਤਾਂ ਬਲਦੀ ਆ। ਜੀ 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 ਉਸੇ ਤਰ੍ਹਾਂ ਪਰਾਲੀ ਜਾਂ ਕੋਈ ਵੀ ਜਿਹੜੇ ਇੰਧਨ ਆ, ਜੀ। ਉਹ ਬੋਇਲਰ 'ਚ ਬਾਲੋਗੇ, ਉਹਦਾ ਇੰਨਾ ਅਸਰ ਨਹੀਂ। ਜੀ। ਉਹਦੇ ਇਕਵਿਪਮੈਂਟ ਲੱਗੇ ਚਾਹੀਦੇ ਆ। ਜੀ ਇੱਕ ਜੀ ਮੇਰਾ ਮੰਨਣਾ ਜੀ ਕਿ ਸਾਡੀ ਯੂਨੀਵਰਸਿਟੀਆਂ ਨੂੰ, ਜੀ। ਸਾਇੰਟਿਸਟਾਂ ਨੂੰ, ਜੀ ਹੋਰ ਸਰਕਾਰ ਨੂੰ ਜੀ ਪੰਜਾਬ ਦਾ ਪਾਣੀ ਦੀ ਵਰਤੋਂ ਕਿੱਦਾਂ ਘਟਾਈ ਜਾਵੇ, ਜੀ ਉਹਦੇ ਬਾਰੇ ਗੰਭੀਰ ਹੋਣਾ ਚਾਹੀਦਾ। ਜੀ 17 ਸਾਲਾਂ ਦਾ ਪਾਣੀ ਰਹਿ ਗਿਆ। ਜੀ ਅੱਜ ਤੱਕ ਗੁੱਲੀ ਡੰਡੇ ਦੀ ਗੱਲ ਕਰਦੇ ਆ, ਜੀ ਫਿਰ ਕਣਕ ਹੀ ਨਹੀਂ ਹੋਣੀ। ਜੀ ਉਹ ਸਥਿਤੀ ਨਹੀਂ ਹੋਣੀ ਚਾਹੀਦੀ। ਜੀ ਇਹ ਸਾਨੂੰ ਪਾਣੀ ਦੀ ਖਪਤ ਅੱਧੀ ਕਰਨੀ ਚਾਹੀਦੀ ਆ। ਜੀ ਹੁਣ ਜ਼ਿਮੀਂਦਾਰ ਨਹੀਂ ਅੱਧੀ ਕਰ ਸਕਦਾ, ਜੀ ਉਹਨੂੰ ਸਾਨੂੰ ਸਾਧਨ ਦੇਣੇ ਪੈਣੇ ਆ, ਚਾਹੇ ਡ੍ਰਿਪ ਇਰੀਗੇਸ਼ਨ ਹੋਵੇ, ਚਾਹੇ ਸਪ੍ਰਿੰਕਲਰ ਇਰੀਗੇਸ਼ਨ ਹੋਵੇ। ਜੀ ਇਧਰ ਨੂੰ ਮੋੜਨਾ ਪੈਣਾ ਆਪਣੇ ਆਪ ਨੂੰ। ਜੀ ਤੇ ਜਿਹੜਾ ਕਲਾਈਮੇਟ ਚੇਂਜ, ਮੌਸਮ 'ਚ ਤਾਪਮਾਨ ਵੱਧ ਰਿਹਾ, ਜੀ ਸਾਡੀ ਯੀਲਡ ਘਟ ਰਹੀ ਆ, ਜੀ ਔਰ ਸਾਨੂੰ ਜਿਹੜੇ ਸਾਡੀ ਯੂਨੀਵਰਸਿਟੀਆਂ, ਉਹਨਾਂ ਨੂੰ ਵੀ ਇਹੋ ਜਿਹੇ ਤਿਆਰ ਕਰਨੇ ਪੈਣੇ ਆ ਕਿ ਵੀ ਉਹ ਗਰਮੀ ਦੇ ਵਿੱਚ ਜੀ ਯੀਲਡ ਨਾ ਘਟਾਉਣ। ਜੀ ਯੀਲਡ ਜਾਂ ਕੁਝ ਦਿਨ ਪਹਿਲਾਂ ਪੱਕ ਜਾਏ, ਜੀ ਕੋਈ ਇਹੋ ਜਿਹੀ ਇੰਜੀਨੀਅਰਿੰਗ ਕਰਨੀ ਪੈਣੀ ਆ। ਜਿਵੇਂ ਇਸ ਵਾਰੀ ਝੋਨਾ ਹੋਇਆ ਜੀ, ਝੋਨਾ ਇਸ ਵਾਰੀ ਅਸੀਂ ਆਪ ਲਾਏ 2 ਕਿੱਲੇ, ਉਹ 26 ਲਾਇਆ, ਉਹ ਲਾਇਆ ਸੀ ਸਾਉਣ ਚ ਆ ਕੇ, ਤੇ ਵੱਢ ਲਿਆ ਸੀ ਉਹ ਦੂਜੇ ਝੋਨੇ ਨਾਲੋਂ ਪਹਿਲਾਂ। ਉਹਨੂੰ ਕੋਈ ਸਪਰੇਅ ਨਹੀਂ ਹੋਈ, ਬਹੁਤ ਘੱਟ, ਉਹ 90 ਕੁ ਦਿਨਾਂ ਦੇ ਵਿੱਚ ਆ ਗਿਆ। ਤੇ ਮੇਰੇ ਹਿਸਾਬ ਨਾਲ ਤਾਂ ਜੀ ਉਹ ਮੀਂਹਾਂ ਦੇ ਦਿਨਾਂ 'ਚ ਲੱਗਿਆ ਉਹ ਜਮਾ ਸਾਉਣ ਚ ਆ ਕੇ, ਤੇ ਵੀ ਉਹਦੇ ਨਾਲ ਹੀ ਪਾਣੀ ਅੱਧਾ ਰਹਿ ਗਿਆ ਜੀ। ਪਾਣੀ ਨਹੀਂ, DSR ਨਾਲ ਜੇ ਬੀਜੀਏ, ਜੀ ਜਿਹੜਾ ਆਪਾਂ ਉਹ ਸਿੱਧੀ ਸਿੱਧੀ ਬਜਾਈ, ਜੀ
ਤੇ ਇਦਾਂ ਉੱਪਰ ਕਰਕੇ ਬੀਜੀਏ ਝੋਨੇ ਨੂੰ ਜੀ। ਜਿੱਦਾਂ ਅਸੀਂ ਆਹ ਚੁਕੰਦਰ ਬੀਜੀ ਆ ਜੀ ਆ ਕੀ ਆ ਸਾਵੇਂ ਹਰ ਗੂਲ ਚ ਪਾਣੀ ਲੱਗਣਾ ਸੀ ਜੀ ਹੁਣ ਇੱਕ ਗੂਲ ਚ ਪਾਣੀ ਲਾਈਦਾ ਜੀ ਇੱਕ ਛੱਡ ਦਈਦੀ ਆ ਵਿੱਚ ਉੱਚੀ ਆ ਜੀ ਤੇ ਉਹਨੂੰ ਪਾਣੀ ਚਾਹੀਦਾ ਨਾ ਜੀ ਉਹਨੂੰ ਪਾਣੀ ਆ ਜਾਣਾ ਜੀ। ਹੋਰ ਖਰਪਤਵਾਰ ਸਾਂਭਣ ਵਾਲੀਆਂ ਬਹੁਤ ਦਵਾਈਆਂ ਮੈਨੂੰ ਇੱਕ ਗੱਲ ਹੋਰ ਵੀ ਲੱਗਦਾ ਜੀ, ਮੇਰਾ ਸੁਜੈਸ਼ਨ ਹੈ, ਤੁਹਾਡੇ ਨਾਲ ਗੱਲ ਹੋ ਰਹੀ ਹੈ ਤੇ ਗੱਲ ਬੁੱਧੀਜੀਵੀ ਲੋਕਾਂ ਨੇ ਸੁਣਨੀ ਹੈ, ਨਹੀਂ ਮੇਰੀ ਗੱਲ ਬੁੱਧੀਜੀਵੀਆਂ ਨੇ ਨਹੀਂ ਸੁਣਨੀ। ਮੇਰਾ ਵੀ ਇੱਕ ਸੁਨੇਹਾ ਹੈ, ਪੰਜਾਬ ਦੇ ਵਿੱਚ ਜੀ 30% ਪਾਣੀ ਚੂਹਾ ਖਰਾਬ ਕਰਦਾ ਜੀ, ਚੂਹਾ। ਬਿਲਕੁਲ ਤੁਸੀਂ ਕਹੋਗੇ ਉਹ ਕਿਵੇਂ? ਚੂਹਾ ਝੋਨਾ ਵੱਢਦਾ, ਅਗਲਾ ਕਹਿੰਦਾ ਡੁੱਬਿਆ ਰਹੇ। ਹਰੇਕ ਬੰਦੇ ਨੂੰ ਪਤਾ ਵੀ ਸੁੱਕਾ ਝੋਨਾ ਜ਼ਿਆਦਾ ਨਿਕਲਦਾ ਜੇ ਸੁੱਕ ਲਾਗੂ, ਨਹੀਂ ਚੂਹਾ ਵੱਢਦਾ। ਵੀ ਜੇ ਕਿਤੇ ਚੂਹੇ ਦਾ ਹੀ ਮੈਂ ਕਹਿੰਦਾ ਹੱਲ ਹੋ ਜੇ, ਚੂਹਾ ਹੀ ਮਰ ਜੇ ਸਰਕਾਰਾਂ ਤੋਂ, ਤਾਂ ਵੀ ਮੇਰੇ ਹਿਸਾਬ ਨਾਲ ਇਹਦੇ ਚ ਨਾ ਪਾਣੀ ਬਹੁਤ ਬਚੇ। ਸਰਕਾਰ ਨਹੀਂ ਮਾਰ ਸਕਦੀ ਚੂਹਾ। ਜੀ ਗੱਲ ਹੈ ਕਿ ਗੋਸ਼ਟੀ ਹੋਣੀ ਚਾਹੀਦੀ ਆ ਜੀ ਵਿਚਾਰ ਵਿਮਰਸ਼ ਹੋਣਾ ਚਾਹੀਦਾ ਜੀ। ਇਹ ਤਾਂ ਜ਼ਿਮੀਂਦਾਰ ਨੇ ਚੂਹਾ ਮਾਰਨਾ, ਸਰਕਾਰ ਸਲਾਹ ਦੇਵੇ ਕਿ ਆ ਕਰੋ। ਸਰਕਾਰ ਇੱਕ ਦਿਨ ਹੀ ਨਿਯਤ ਕਰਦੇ ਨਾ ਵੀ ਇੱਕ ਦਿਨ ਸਾਰੇ ਪੰਜਾਬ 'ਚ ਚੂਹੇ ਨੂੰ ਦਵਾਈ ਪਾਉਣਗੇ, ਸਾਰਾ ਚੂਹਾ ਮਰ ਬਿਲਕੁਲ ਠੀਕ, ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਜੀ ਬਰੀਡਿੰਗ ਖਤਮ ਹੋ ਜੂਗੀ ਜੀ ਸੂਰਾਂ ਦਾ ਦੇਖੋ ਜੀ ਆ ਮੇਰੇ ਕਪੂਰਥਲੇ ਕੱਲ ਮੈਨੂੰ ਇੱਕ ਬੰਦਾ ਕਹਿੰਦਾ ਕਿ ਵੀ ਮੇਰੇ ਗੰਨੇ 'ਚ ਜੀ ਗੰਨਾ ਪੋਲਾ ਜੀ ਤੇ ਸੂਰ ਆ ਬੜੇ, ਮੈਂ ਕਰਾਂ ਕੀ ਮਾਰ ਦਿਆਂ? ਜੀ। ਮੈਂ ਮਾਰ ਦੇਂਗਾ ਤਾਂ ਪੁਲਿਸ ਨੇ ਲੈ ਜਾਣਾ ਜੀ। ਪਟਾਕਾ ਚਲਾਤਾ ਇਹਨੇ ਜੀ ਗਨ ਕਲਚਰ ਜੀ ਤੇ ਇਹਦੀ ਪਰਮਿਸ਼ਨ ਲੈ ਲਓ। ਜੀ। ਉਹ ਪਤਾ ਕੀਤਾ ਪਰਮਿਸ਼ਨ ਲੈਣ ਲਈ ਬੜਾ ਟਾਈਮ ਲੱਗਦਾ ਜੀ ਸੋ ਗੱਲਾਂ ਤੇ ਬੜੀਆਂ ਨੇ ਜੀ। ਬਹੁਤ ਮੈਨੂੰ ਆਨੰਦ ਆਇਆ ਜੀ, ਅੱਜ ਮੈਂ ਬਹੁਤ ਕੁਝ ਸਿੱਖਿਆ ਤੇ ਮੈਨੂੰ ਲੱਗਦਾ ਵੀ ਤੁਹਾਡੇ ਕੋਲੇ ਆਉਣਾ ਪਿਆ ਕਰੂਗਾ। ਮੈਂ ਨਾ ਪਹਿਲਾਂ ਅੱਖਰ ਤੇ ਤੁਹਾਡੀ ਇੰਟਰਵਿਊ ਸੁਣੀ ਤੇ ਮੈਂ ਰਤਨ ਕੋਲੇ ਸੁਣੀ ਤੇ ਮੈਂ ਰਤਨ ਨੂੰ ਵੀ ਸਪੈਸ਼ਲ ਆਖਿਆ, ਨਵਰੀਤ ਨੂੰ ਵੀ ਸਪੈਸ਼ਲ ਆਖਿਆ ਕਿ ਯਾਰ ਮੈਂ ਰਾਣਾ ਗੁਰਜੀਤ ਨੂੰ ਕੁਝ ਹੋਰ ਸਮਝਦਾ ਸੀ, ਤੁਹਾਡੀ ਇੰਟਰਵਿਊ ਸੁਣੀ ਤਾਂ ਮੈਨੂੰ ਲੱਗਿਆ ਕਿ ਨਹੀਂ ਯਾਰ ਉਹ ਤਾਂ ਕੁਝ ਹੋਰ ਬੰਦਾ, ਮੈਨੂੰ ਵੀ ਮਿਲਣਾ ਚਾਹੀਦਾ। ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਯਾਰ ਕਿਸਾਨੀ ਤੇ ਬੜਾ ਸਮਝ ਰੱਖਦੇ ਆ, ਕਿਸਾਨੀ ਕਰਦੇ, ਪੁਰਾਣੇ ਕਿਸਾਨ ਆ। ਤਾਂ ਫਿਰ ਮੈਂ ਕਿਹਾ ਕਿਸਾਨ ਜੁੜੇ ਹੋਏ ਆ ਤੇ ਮੈਂ ਸਮਾਂ ਲਵਾਂ, ਮੈਂ ਵੀ ਜਾ ਕੇ ਆਵਾਂ, ਵੇਖਾਂ ਕਿ ਕਿਸ ਤਰ੍ਹਾਂ ਦੀ ਕਿਸਾਨੀ ਕਰਦੇ। ਮੇਰੇ ਆਨੰਦ ਆਇਆ। ਕਿਸਾਨੀ ਅਸੀਂ ਹਰ ਸਾਲ ਸਾਡੇ ਪੁੱਟਰ ਸਾਹਿਬ ਜੀ ਜਿਨ੍ਹਾਂ ਨੇ ਬੜਾ ਵੱਡਾ ਯੋਗਦਾਨ ਹੈ ਇਸ ਜੀ ਚੁਕੰਦਰ ਨੂੰ ਕਾਮਯਾਬ ਕਰਨ 'ਚ, ਜੀ ਉਹ ਹਰ ਸਾਲ ਯੂਰਪ ਜਾਂਦੇ ਆ, ਜੀ ਨਵੀਆਂ ਵੈਰਾਈਟੀਆਂ ਦੀ ਗੱਲ ਕਰਦੇ ਆ, ਜੀ ਟੈਕਨੀਕਾਂ ਦੀ ਗੱਲ ਕਰਦੇ ਆ, ਜੀ ਉੱਥੇ ਸਿੱਖ ਕੇ ਆਉਂਦੇ ਆ, ਫਿਰ ਆ ਕੇ ਇੱਥੇ ਥੋੜਾ ਕਿਸਾਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਆ। ਜੀ ਸੋ ਇਹ ਬੜਾ ਪ੍ਰੋਸੈਸ ਹੈ ਲੰਬਾ ਯਾਰ। ਇਹਦੇ ਹੁਣ ਅਸੀਂ ਜਮਾਂਦਰੂ ਕਿਸਾਨ ਆ ਜੀ, ਪਰ ਡਿਸਕਸ਼ਨ ਹੋਣੀ ਚਾਹੀਦੀ ਹੈ। ਸਾਡਾ ਡਿਸਕਸ਼ਨ ਜੀ ਸਾਇੰਟਿਸਟਾਂ ਨਾਲ ਵੀ ਹੋਣੀ ਚਾਹੀਦੀ ਆ, ਜੀ ਸਰਕਾਰ ਦੇ ਮੰਤਰੀਆਂ ਨਾਲ ਵੀ ਹੋਣੀ ਚਾਹੀਦੀ, ਮੰਤਰੀਆਂ ਨੂੰ ਪਤਾ ਹੋਣਾ ਚਾਹੀਦਾ ਜੀ ਜੀ। ਖੁੱਲਾ ਵਿਧਾਨ ਸਭਾ ਚੱਲਦੀ ਆ ਜੀ ਜੀ ਮੈਂ ਤਾਂ ਇਹਨਾਂ ਨੂੰ ਕਹਿਣਾ ਐਗਰੀਕਲਚਰ ਤੇ ਇੱਕ ਦਿਹਾੜੀ ਰੱਖ ਲਓ, 4 ਘੰਟੇ ਮੈਨੂੰ ਕੱਲੇ ਨੂੰ ਦੇ ਦਿਓ, ਜੀ 4 ਘੰਟੇ ਬੋਲਦਾ ਰਹੂੰਗਾ ਔਰ ਗਲਤ ਇੱਕ ਚੀਜ਼ ਨਹੀਂ ਬੋਲੂੰਗਾ। ਜੀ ਕੱਲੀ ਫਸਲ ਬਾਰੇ ਗੱਲ ਕਰਾਂਗੇ। ਜੀ ਆਪਾਂ ਖਾਦਾਂ ਕਿੱਦਾਂ ਘਟਾਉਣੀਆਂ, ਖਾਦਾਂ ਸਾਨੂੰ ਘਟਾਉਣੀਆਂ ਪੈਣੀਆਂ। ਜੀ 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 ਚਾਹੇ ਹਾਲੇ ਪਪੂਲਰ ਨਹੀਂ ਹੋਈ ਨੈਨੋ यूरिया और नैनो फर्टिलाइजर, ये कामयाब होना एक दिन ट्रायल चल रहा है जी। इफको ने तो बड़ा काम किया, करीब 12,000 ट्रायल किए जी, बाजारा 12,000 खेतों च डिफरेंट जी। ये होने वाला समय इधर तुरना जी, तो गल्लां बहुत है। और मैं एक गल ते एक तरजीह जरूर देनी चाहना जी कि मैं मन सीगा एग्रीकल्चर जी, चलो ठीक है, मैनू काम करन दा एग्रीकल्चर डिपार्टमेंट च मौका नहीं मिला जी, सरकार च भी जी। हुण यूरोप स्टैंडर्ड दे इक्विपमेंट होने चाहिए जी, कि जिहड़ी कोई चाहे साडा ब्लेड आ जी, जिहड़ा रोटावेटर च लगदा जी, ओदी जिहड़ी मिटलर्जी आ जी, ओदी टेंपर आ जी, या साडी कंबाइन आ जी, ये धरती ते भार नहीं पाउणा चाहिदा जी, जिहड़ा इस धरती नूं कंपैक्ट करदे भी गल माड़ी आ जी, ये पोली होनी चाहिदी आ जी। और कंबाइन जिहड़ी साडी आम बनदी है पंजाब च जी ते जॉन डीयर दी कंबाइन दोनों नूं हिसाब ला लो, ਉਹ ਸਾਡੀਆਂ ਜਿਹੜੀਆਂ ਲੋਹਾ ਥੱਪ ਬਣਾਈਆਂ ਜੀ, ਹਾਲਾਂਕਿ ਬਣਾਉਂਦੇ ਸਾਰੇ ਪੰਜਾਬ ਸਾਰੇ ਹਿੰਦੁਸਤਾਨ ਚੱਲ ਰਹੀਆਂ ਜੀ, ਤੇ ਤੁਸੀਂ ਉਹਨੂੰ ਜੌਨ ਡੀਅਰ ਨਾਲ ਕੰਪੇਅਰ ਕਰੋ, ਜੌਨ ਡੀਅਰ ਨੂੰ 20 ਕੁਇੰਟਲ ਜੀ, ਉਹਦਾ ਭਾਰ ਵਧਿਆ ਜੀ, ਅਨਨੈਸੈਸਰਲੀ ਧਰਤੀ ਤੇ ਭਾਰ ਪਾਈ ਜਾਂਦੇ ਯਾਰ ਅਸੀਂ। ਜੀ। ਸੋ ਇਹ ਚੀਜ਼ਾਂ ਇਕਵਿਪਮੈਂਟ ਸਪਰੇਅਰ ਬੜਾ ਮੁੰਡੇ ਹੁਣ ਮੈਨੂੰ ਖੁਸ਼ੀ ਇਸ ਗੱਲ ਦੀ ਆ ਜੀ ਕਿ ਬਹੁਤ ਸਾਰੇ ਇੰਪਲੀਮੈਂਟ ਮੈਨੂਫੈਕਚਰਰ ਰਾਮਗੜੀਆ ਹੀ ਆ ਜੀ, 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 ਤੇ ਉਹਨਾਂ ਦੇ ਬੱਚਿਆਂ ਨੇ ਇੰਜੀਨੀਅਰਿੰਗ ਕੀਤੀ ਆ, ਉਹ ਗੱਲ ਨਹੀਂ ਕਰਨ ਦਿੰਦੇ ਜੀ। ਮੇਰੀ ਉਹਨਾਂ ਨਾਲ ਡਿਸਕਸ਼ਨ ਹੋਈ, ਜੀ। ਉਹ ਸਪਰੇਅਰ ਵਾਲੇ ਚਾਰਲੀ ਵਾਲਾ ਜੀ, ਜੀ, ਉਹਦੇ ਨਾਲ ਸਪਰੇਅਰ ਦੀ ਗੱਲ ਕਰੋ, ਜਾਪਾਨ ਦੀ ਕੰਪਨੀ ਨਾਲ ਕੋਲੈਬੋਰੇਸ਼ਨ ਕਰ ਰਿਹਾ। ਜੀ, ਆ ਸੀਡਲ ਵਾਲਾ ਮੁੰਡਾ ਜਿਹਨੇ ਸਾਨੂੰ ਸੀਡਲਾਂ ਸਪਲਾਈ ਕੀਤੀਆਂ, ਜੀ। ਨੈਸ਼ਨਲ ਵਾਲਾ, ਜੀ,
ਇਹ ਇੰਗਲੈਂਡ ਦੀ ਕੰਪਨੀ ਨਾਲ ਟਾਈ ਅਪ ਕਰਕੇ ਕੁਝ ਸਮਾਨ ਉੱਥੋਂ ਮੰਗਾ ਕੇ ਕੁਝ ਆਪਣਾ ਕਰਕੇ ਉਹਨੇ ਬਹੁਤ ਵਧੀਆ। ਦੇਖੋ ਤੁਸੀਂ ਕਿਤੇ ਗੈਪ ਦੱਸ ਦਿਓ, ਕਿਤੇ ਕਿਤੇ ਤਾਂ ਹੋ ਜਾਂਦਾ ਜੀ, ਜੀ। ਬਟ ਬਾਈ ਐਂਡ ਲਾਰਜ ਪਰਫੈਕਟ ਹੈ ਜੀ ਤੋ ਇਦਾਂ ਹੀ ਸਾਡੇ ਬਹੁਤ ਸਾਰੇ ਹੋਰ ਦਸ਼ਮੇਸ਼ ਵਾਲੇ ਆ ਜੀ ਮੈਂ ਕਿਹਦਾ ਨਾਂ ਲਾਂ ਕਿਹਦਾ ਕਰ ਰਹੇ ਆ ਜੀ। ਲੇਕਿਨ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਜੀ। ਕਿ ਤੇਰਾ ਮੈਟਲ ਆ ਹੋਣਾ ਚਾਹੀਦਾ, ਤੇਰੀ ਕੰਬਾਈਨ ਦਾ weight ਆ ਹੋਣਾ ਚਾਹੀਦਾ ਜੀ ਹਾਂਜੀ ਸਾਰੀਆਂ ਗੱਲਾਂ ਜੀ। ਹੁਣ ਦੇਖੋ ਬਰੀਕੀ ਨਾਲ ਦੇਖਣਾ ਪਊਗਾ। ਬਰੀਕੀ ਨਾਲ ਦੇਖਣਾ ਪਊਗਾ ਜੀ। 10 ਸਾਲ ਲਈ ਆਪਾਂ ਬੈਨ ਨਹੀਂ ਕਰ ਦਿੱਤਾ ਕਿ 10 ਸਾਲ ਤੋਂ ਬਾਅਦ ਦਿੱਲੀ ਦੇ ਵਿੱਚ ਕੋਈ ਪੁਰਾਣੀ ਕਾਰ ਨਹੀਂ ਰਹੇਗੀ। ਜੀ 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 ਸੋ ਇਹਨਾਂ ਗੱਲਾਂ ਤੇ ਆਉਣਾ ਪਊਗਾ ਸਾਨੂੰ। ਜੀ ਬਿਲਕੁਲ। ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਚੰਗਾ ਲੱਗਿਆ, ਸਵਾਦ ਆਇਆ ਤੇ ਸਵਾਦ ਲੈਂਦੇ ਰਵਾਂਗੇ ਜੀ, ਮਿਲਦੇ ਰਵਾਂਗੇ। ਬਹੁਤ ਚੰਗਾ ਲੱਗਿਆ। ਲੈ ਵੀ ਸੱਜਣੋ, ਜਾਣਕਾਰੀ ਚੰਗੀ ਲੱਗੀ ਤਾਂ ਸਾਂਝੀ ਕਰਿਓ ਸੱਜਣਾ ਦੇ ਨਾਲ। ਸੂਰਜ ਨੇ ਲਿਹਾਜ਼ ਨਹੀਂ ਕੀਤਾ, ਸਾਡੀ ਲਿਹਾਜ਼ ਪੈ ਗਈ ਸੀਗੀ ਤੇ ਇਸ ਕਰਕੇ ਸਾਨੂੰ ਬੰਦ ਕਰਨਾ ਪੈ ਰਿਹਾ ਪ੍ਰੋਗਰਾਮ। ਮੇਰੇ ਹਿਸਾਬ ਨਾਲ ਇਹਨੂੰ ਐਪੀਸੋਡ 1 ਸਮਝੋ, ਕਿਸੇ ਦਿਨ ਐਪੀਸੋਡ 2 ਫਿਰ ਕਰਾਂਗੇ। ਜਿਉਂਦੇ ਰਹੋ।